ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਦੋ ਜਹਾਨ ਦੇ ਵਾਲੀ ਸਰਵਰੇ ਕਾਇਨਾਤ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਤਪ ਸਥਾਨ ਤੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਜੀ ਨੇ ਮਿਹਰ ਕੀਤੀ ਹੈ। ਕੀਰਤਨੀਏ ਸਿੰਘਾਂ ਦੀ ਰਸਨਾ ਤੋਂ ਸੱਚ ਕੀ ਬਾਣੀ ਦਾ ਕੀਰਤਨ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਨ ਤੋਂ ਉਪਰੰਤ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਹਾਜ਼ਰੀਆਂ ਭਰਨ ਦਾ ਮੌਕਾ ਮਿਲ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਆਪਾਂ ਲੜੀਵਾਰ ਵਿਚਾਰ ਰਹੇ ਹਾਂ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਵਿਰਾਜਦੇ ਹਨ। ਅਨੰਦਪੁਰ ਸਾਹਿਬ ਦੇ ਉੱਤੇ 1.25 ਲੱਖ ਫੌਜ ਲੈ ਕੇ ਸੈਦ ਖਾਂ ਚੜ੍ਹ ਕੇ ਆਇਆ ਸੀ। ਸੈਦ ਖਾਂ ਫਕੀਰ ਹੋ ਕੇ ਚਲਿਆ ਗਿਆ। ਸਤਿਗੁਰਾਂ ਦੇ ਦਰਸ਼ਨ ਕਰਕੇ ਰਮਜ਼ਾਨ ਖਾਨ ਨੇ ਕਮਾਨ ਸੰਭਾਲੀ। ਸਤਿਗੁਰੂ ਜੀ ਨੇ ਇੱਕ ਤੀਰ ਆਪਣੇ ਭੱਥੇ ਵਿੱਚੋਂ ਕੱਢ ਕੇ ਉਸ ਨੂੰ ਬਖਸ਼ ਦਿੱਤਾ। ਇੱਕੇ ਤੀਰ ਦੇ ਨਾਲ ਚਿੱਤ ਕਰਕੇ ਘੋੜੇ ਤੋਂ ਹੇਠਾਂ ਸੁੱਟਿਆ। ਸੋ ਫੌਜ ਅਨੰਦਪੁਰ ਸਾਹਿਬ ਨੂੰ ਲੁੱਟ ਕੇ ਚਲੇਗੀ। ਬਾਅਦ ਵਿੱਚ ਸਿੰਘਾਂ ਨੇ ਜਾ ਕੇ ਗੁਰੀਲਾ ਹੱਲਾ ਕੀਤਾ। ਰਸਤੇ ਵਿੱਚ ਇਹਨਾਂ ਨੂੰ ਘੇਰ ਕੇ ਇਹਨਾਂ ਤੋਂ ਬਹੁਤ ਸਾਰਾ ਮਾਲ ਅਸਬਾਬ ਖੋਹ ਲਿਆ। ਬਾਅਦ ਵਿੱਚ ਪਹਾੜੀ ਰਾਜਿਆਂ ਨੇ ਸਲਾਹ ਮਸ਼ਵਰਾ ਕਰਕੇ ਆਪਸ ਦੇ ਵਿੱਚ ਕਈ ਚੋਣਵੇਂ ਰਾਜੇ ਦਿੱਲੀ ਦੇ ਸੂਬੇ ਦੇ ਕੋਲ ਗਏ, ਜਾ ਕੇ ਫਰਿਆਦੀ ਹੋਏ। ਇਹ ਆਪਸ ਦੇ ਵਿੱਚ ਇਹਨਾਂ ਨੇ ਸਲਾਹ ਮਸ਼ਵਰਾ ਕੀਤਾ ਵੀ ਆਪਣਾ ਇੱਦਾਂ ਹੱਥ ਤੇ ਹੱਥ ਧਰਿਆ ਬੈਠਿਆਂ ਸਰਨਾ ਨਹੀਂ। ਗੁਰੂ ਸਾਹਿਬ ਜੀ ਦੀ ਤਾਕਤ ਦਿਨ ਪ੍ਰਤੀ ਦਿਨ ਵੱਧਦੀ ਜਾਂਦੀ ਹੈ। ਰੋਜ਼ ਨਵੇਂ ਸਿੰਘ ਸੱਜਦੇ ਆ। ਸਤਿਗੁਰੂ ਜੀ ਉਹਨਾਂ ਨੂੰ ਸ਼ਸਤਰਾਂ ਦੀ ਸਿਖਲਾਈ ਦੇ ਰਹੇ ਆ, ਜੰਗੀ ਫੌਜ ਤਿਆਰ ਕਰ ਰਹੇ ਹਨ। ਮਤਾਂ ਕਿਤੇ ਐਸਾ ਹੋਵੇ ਕਿ ਕੱਲ੍ਹ ਨੂੰ ਸਾਨੂੰ ਇਹਨਾਂ ਪਹਾੜਾਂ ਦੇ ਵਿੱਚੋਂ ਕੁੱਟ ਮਾਰ ਕੇ ਭਜਾ ਦੇਣ, ਸਾਡੇ ਰਾਜ ਭਾਗ ਤੇ ਕਬਜ਼ਾ ਕਰ ਲੈਣ। ਇਤਿਆਦਿਕ ਫਰਿਆਦਾਂ ਲੈ ਕੇ ਇਹ ਦਿੱਲੀ ਵਿਖੇ ਪਹੁੰਚੇ ਆ। ਦਿੱਲੀ ਦੇ ਸੂਬੇ ਨੂੰ ਆਖਿਆ ਕਿ ਸਾਡੀ ਮਦਦ ਕੀਤੀ ਜਾਵੇ। ਦਿੱਲੀ ਦਾ ਸੂਬਾ ਕਹਿਣ ਲੱਗਾ ਕਿ ਮੈਂ ਪਹਿਲਾਂ ਵੀ ਤੁਹਾਡੀ ਮਦਦ ਕੀਤੀ ਹੈ, ਫੌਜ ਭੇਜੀ ਸੀ, ਤੁਹਾਡੀ ਲੜਾਈ ਝਗੜਾ ਹਾਲੇ ਤੱਕ ਖਤਮ ਨਹੀਂ ਹੋਇਆ। ਉਹਨਾਂ ਨੇ ਆਖਿਆ ਗੁਰੂ ਸਾਹਿਬ ਜੀ ਦੀ ਜਿਹੜੀ ਤਾਕਤ ਹੈ ਉਹ ਬੜੀ ਵੱਧ ਚੱਲੀ ਹੈ। ਉਹ ਤਾਂ ਹਮੇਸ਼ਾ ਜੰਗ ਚਾਹੁੰਦੇ ਆ, ਜੰਗ ਲੜਨ ਦਾ ਉਹਨਾਂ ਦੇ ਮਨ ਵਿੱਚ ਚਾਅ ਹੈ। ਅੰਮ੍ਰਿਤ ਛਕਾ ਛਕਾ ਕੇ ਜਿਹੜੇ ਉਹਨਾਂ ਦੇ ਸਿੰਘ ਆ ਉਹਨਾਂ ਨੂੰ ਤਿਆਰ ਕਰ ਰਹੇ ਆ ਹਕੂਮਤ ਦੇ ਵਿਰੋਧ ਦੇ ਵਿੱਚ ਬਗਾਵਤ ਕਰਨ ਦੇ ਲਈ। ਉਹਨਾਂ ਨੂੰ ਬਗਾਵਤੀ ਬਣਾ ਰਹੇ ਹਨ। ਹਮੇਸ਼ਾ ਇਹੀ ਸਿੱਖਿਆ ਦਿੰਦੇ ਆ ਵੀ ਜਿਹੜੇ ਪਹਾੜੀ ਰਾਜੇ ਹਨ ਔਰ ਔਰੰਗਜ਼ੇਬ ਬਾਦਸ਼ਾਹ ਹੈ, ਇਹਨਾਂ ਸਾਰਿਆਂ ਤੋਂ ਰਾਜ ਭਾਗ ਖੋਹ ਕੇ ਖਾਲਸੇ ਨੂੰ ਦੇ ਦੇਣਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਿਰੋਧ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖਿਲਾਫ ਬਹੁਤ ਸਾਰੀਆਂ ਸ਼ਿਕਾਇਤਾਂ ਇਹਨਾਂ ਨੇ ਸੂਬੇ ਦੇ ਕੋਲ ਕੀਤੀਆਂ। ਸੂਬਾ ਕਹਿਣ ਲੱਗਾ ਵੀ ਠੀਕ ਹੈ, ਮੈਂ ਤੁਹਾਡੀ ਮਜਬੂਰੀ ਨੂੰ, ਤੁਹਾਡੀ ਇਸ ਮੁਸ਼ਕਲ ਨੂੰ ਸਮਝਦਾ ਹਾਂ, ਪਰ ਮੈਂ ਹੁਣ ਬਹੁਤਾ ਕੁਝ ਨਹੀਂ ਕਰ ਸਕਦਾ। ਜਿਸ ਪ੍ਰਕਾਰ ਤੁਸੀਂ ਦੱਸ ਰਹੇ ਹੋ ਗੁਰੂ ਸਾਹਿਬ ਇੰਨੇ ਤਾਕਤਵਰ ਇੰਨੇ ਬਲੀ ਹਨ ਤਾਂ ਉਹਨਾਂ ਦਾ ਮੁਕਾਬਲਾ ਥੋੜੀ ਫੌਜ ਦੇ ਨਾਲ ਕੀਤਾ ਨਹੀਂ ਜਾ ਸਕਦਾ। ਮੇਰੀ ਇਕੱਲੀ ਦਿੱਲੀ ਸੂਬੇ ਦੀ ਫੌਜ ਦੇ ਨਾਲ ਆਪਾਂ ਉਹਨਾਂ ਦੀ ਬਗਾਵਤ ਨੂੰ ਦਬਾ ਨਹੀਂ ਸਕਦੇ। ਤੁਸੀਂ ਇਸ ਤਰ੍ਹਾਂ ਕਰੋ ਕਿ ਗੋਲਕੁੰਡੇ ਦੇ ਮੁਕਾਮ ਤੇ ਉੱਥੇ ਦੁਰਗ ਕਿਲੇ ਦੇ ਵਿੱਚ ਜਿੱਥੇ ਔਰੰਗਜ਼ੇਬ ਬਾਦਸ਼ਾਹ ਗਿਆ ਹੋਇਆ ਕਈ ਵਰ੍ਹਿਆਂ ਦਾ, ਮੈਨੂੰ ਇੱਥੇ ਛੱਡ ਗਿਆ ਡਿਊਟੀ ਲਾ ਕੇ, ਤੁਸੀਂ ਬਾਦਸ਼ਾਹ ਦੇ ਕੋਲ ਜਾ ਕੇ ਫਰਿਆਦੀ ਹੋਵੋਗੇ ਤੇ ਔਰੰਗਜ਼ੇਬ ਬਾਦਸ਼ਾਹ ਜੇ ਹੁਕਮ ਕਰ ਦੇਵੇਗਾ ਤੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਫੌਜ ਤੁਹਾਡੀ ਮਦਦ ਵਾਸਤੇ ਆ ਸਕਦੀ ਹੈ। ਸੋ ਇਹਨੇ ਆਖਿਆ ਕਿ ਤੁਸੀਂ ਜਾਓ, ਉੱਥੇ ਜਾ ਕੇ ਪਹੁੰਚ ਕੇ ਫਰਿਆਦ ਕਰੋ। ਮੈਂ ਵੀ ਤੁਹਾਡੇ ਹੱਕ ਦੇ ਵਿੱਚ ਇੱਕ ਚਿੱਠੀ ਤੁਹਾਡੀ ਸਿਫਾਰਿਸ਼ ਦੇ ਵਾਸਤੇ ਲਿਖ ਦਿੰਦਾ ਹਾਂ। ਇਹਨਾਂ ਨੇ ਚਿੱਠੀ ਲਿਖ ਕੇ ਤੇ ਆਪਣੇ ਹੱਥ ਦੇ ਵਿੱਚ ਹੀ ਲੈ ਲਈ ਤੇ ਨਾਲ ਜਿਸ ਵੇਲੇ ਇਹ ਉਧਰ ਨੂੰ ਚੱਲ ਪਏ, ਆਪਣੇ ਪਹੁੰਚਣ ਤੋਂ ਪਹਿਲਾਂ ਔਰੰਗਜ਼ੇਬ ਦੇ ਕੋਲ ਆਪਣੀ ਚਿੱਠੀ ਪਹੁੰਚਾ ਦਿੱਤੀ। ਜਾ ਕੇ ਉੱਥੇ ਇਹਨਾਂ ਨੇ ਡੇਰਾ ਕੀਤਾ। 1600-1700 ਮੀਲ ਦਾ ਸਫ਼ਰ ਉਲੰਘ ਕੇ
ਬਾਦਸ਼ਾਹ ਨੇ ਇਹਨਾਂ ਨੂੰ ਆਪਣੇ ਕੋਲ ਬੁਲਾਇਆ। ਜਾ ਕੇ ਇਹਨਾਂ ਨੇ ਉੱਥੇ ਵੀ ਬੜਾ ਧਨ ਰਿਸ਼ਵਤ ਦਿੱਤਾ। ਪਹਿਲਾਂ ਸੂਬਿਆਂ ਨੂੰ ਦਿੱਤਾ, ਉਮਰਾਵਾਂ ਨੂੰ, ਕਿ ਸਾਡੀ ਔਰੰਗਜ਼ੇਬ ਕੋਲ ਸਿਫਾਰਿਸ਼ ਕਰੋ। ਪਹਿਲਾਂ ਦਿੱਲੀ ਭੇਟਾ ਦੇ ਕੇ ਗਏ ਆ। ਫਿਰ ਜਾ ਕੇ ਜਦੋਂ ਔਰੰਗਜ਼ੇਬ ਨੇ ਬੁਲਾਇਆ ਤਾਂ ਔਰੰਗਜ਼ੇਬ ਦੇ ਅੱਗੇ ਵੀ ਬੜੀਆਂ ਕੀਮਤੀ ਸੌਗਾਤਾਂ, ਧਨ ਪਦਾਰਥ, ਹੀਰੇ, ਚਾਂਦੀ, ਸੋਨਾ, ਜਵਾਹਰਾਤ ਇਤਿਆਦਿਕ ਇਹਨਾਂ ਨੇ ਰੱਖੇ। ਸੋ ਜਿਸ ਵੇਲੇ ਇਹ ਬਾਦਸ਼ਾਹ ਦੇ ਕੋਲ ਪਹੁੰਚੇ ਆ, ਦਿੱਲੀ ਪਾਤਸ਼ਾਹ ਜਿਹੜਾ ਹਿੰਦੁਸਤਾਨ ਦਾ ਪਾਤਸ਼ਾਹ ਔਰੰਗਜ਼ੇਬ ਇਹਨਾਂ ਨੂੰ ਪੁੱਛਦਾ ਹੈ ਵੀ ਰਾਜਿਓ ਦੱਸੋ ਕਿਵੇਂ ਆਉਣਾ ਹੋਇਆ। ਕਹਿੰਦੇ ਜੀ ਆਉਣ ਦਾ ਤਾਂ ਤੁਹਾਨੂੰ ਪਤਾ ਹੀ ਹੈ, ਪਹਿਲਾਂ ਵੀ ਤੁਹਾਡੇ ਕੋਲ ਬੜੀਆਂ ਫਰਿਆਦਾਂ ਕੀਤੀਆਂ। ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜਾ ਆਨੰਦਪੁਰ ਵਿੱਚ ਗੁਰੂ ਆ ਉਹ ਟਿਕਣ ਨਹੀਂ ਦਿੰਦਾ। ਉਹਨਾਂ ਦੇ ਸਿੰਘ ਸਾਨੂੰ ਟਿਕਣ ਨਹੀਂ ਦਿੰਦੇ, ਸਾਡੇ ਨਗਰਾਂ ਦੇ ਨਗਰ ਉਜਾੜ ਦਿੰਦੇ ਆ, ਸਾਡੇ ਤੋਂ ਹਾਲਾ ਟੈਕਸ ਅਗਰਾਉਂਦੇ ਆ ਸਾਡੀ ਪ੍ਰਜਾ ਤੋਂ। ਆਪ ਜੀ ਉਹਨਾਂ ਦਾ ਕੋਈ ਉਪਾਅ ਕਰੋ। ਬਾਦਸ਼ਾਹ ਨੇ ਵੀ ਉਹੀ ਆਖਿਆ ਕਿ ਪਹਿਲਾਂ ਕਿੰਨੇ ਵਾਰ ਤੁਹਾਡੀ ਮਦਦ ਵਾਸਤੇ ਫੌਜ ਭੇਜੀ ਹੈ, ਤੁਹਾਡਾ ਰਾਰ ਝਗੜਾ ਜਿਹੜਾ ਗੁਰੂ ਨਾਲੇ ਖਤਮ ਨਹੀਂ ਹੋਇਆ। ਤਾਂ ਇਹਨਾਂ ਨੇ ਫਿਰ ਵਧਾ ਚੜਾ ਕੇ ਬਹੁਤ ਸਾਰੀਆਂ ਗੱਲਾਂ ਦੱਸੀਆਂ। ਸਤਿਗੁਰੂ ਜੀ ਦੀ ਮਹਿਮਾ ਦੇ ਵਿੱਚ ਵੀ ਵਚਨ ਕਹੇ ਕਿ ਉਹ ਗੁਰੂ ਬੜਾ ਬਲੀ ਹੈ, ਬੜਾ ਸੂਰਮਾ, ਬੜਾ ਯੋਧਾ। ਔਰੰਗਜ਼ੇਬ ਪੁੱਛਦਾ ਮੈਨੂੰ ਸ਼ੁਰੂ ਤੋਂ ਦੱਸੋ ਵੀ ਸਭ ਕੁਝ ਕਿਵੇਂ ਹੋਇਆ, ਤੁਹਾਡੇ ਨਾਲ ਗੁਰੂ ਦਾ ਵੈਰ ਕਿਵੇਂ ਪਿਆ, ਗੁਰੂ ਕਿਵੇਂ ਬਣਿਆ, ਕਿਵੇਂ ਉਹਨੇ ਕਿੰਨੀ ਫੌਜੀ ਸ਼ਕਤੀ ਇਕੱਤਰ ਕੀਤੀ ਹੈ, ਔਰ ਇੰਨੀਆਂ ਫੌਜਾਂ ਨੂੰ ਤਨਖਾਹ ਕਿੱਥੋਂ ਦਿੰਦਾ। ਜਿਵੇਂ ਤੁਸੀਂ ਦੱਸਦੇ ਹੋ ਵੀ ਗੁਰੂ ਦੇ ਕੋਲ ਦੇਸ਼ ਵੀ ਕੋਈ ਆਪਣਾ ਨਹੀਂ ਹੈ, ਰਾਜ ਆਪਣਾ ਨਹੀਂ ਹੈ, ਫਿਰ ਇੰਨੀ ਫੌਜ ਜਿਵੇਂ ਤੁਸੀਂ ਦੱਸਦੇ ਹੋ ਵੀ ਰੱਖੀ ਹੈ ਉਹਨਾਂ ਨੇ, ਤਨਖਾਹਾਂ ਕਿੱਥੋਂ ਦਿੰਦੇ ਹਨ। ਸਭ ਕੁਝ ਮੈਨੂੰ ਮੁੱਢ ਤੋਂ ਸੁਣਾਓ। ਤਾਂ ਇਹ ਪਹਾੜੀ ਰਾਜੇ ਕਹਿਣ ਲੱਗੇ, ਕਹਿੰਦੇ ਜੀ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜਿਹੜੀ ਮਾਖੋਵਾਲ ਨਗਰ ਦੀ ਜਗ੍ਹਾ ਮੁੱਲ ਖਰੀਦੀ ਸੀ। ਮੁੱਲ ਖਰੀਦ ਕੇ ਉੱਥੇ ਬਹੁਤ ਸਾਰੇ ਸਮੁਦਾਇ, ਵੱਖੋ ਵੱਖਰੇ ਕਾਰੋਬਾਰਾਂ ਦੇ ਲੋਕ ਲਿਆ ਕੇ ਇਹਨਾਂ ਨੇ ਵਸਾਏ, ਸ਼ਹਿਰ ਨੂੰ ਆਬਾਦ ਕੀਤਾ। ਆਪ ਬਾਅਦ ਵਿੱਚ ਇਹ ਪੂਰਬ ਵੱਲ ਚਲੇ ਗਏ ਤੇ ਪੂਰਬ ਵੱਲ ਹੀ ਇਹਨਾਂ ਦੇ ਘਰੇ ਇਹ ਸਾਹਿਬਜ਼ਾਦਾ ਪ੍ਰਗਟ ਹੋਇਆ। ਗੁਰੂ ਗੋਬਿੰਦ ਸਿੰਘ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ। ਜਦੋਂ 5 ਸਾਲ ਦੇ ਹੋਏ ਤਾਂ ਗੁਰੂ ਸਾਹਿਬ ਵੀ ਇੱਥੇ ਆ ਗਏ, ਉਹਨਾਂ ਨੂੰ ਵੀ ਬੁਲਾ ਲਿਆ। ਉਸ ਤੋਂ ਬਾਅਦ ਬਾਦਸ਼ਾਹ, ਤੁਹਾਨੂੰ ਪਤਾ ਇਹਨਾਂ ਦਾ ਪਿਤਾ ਸੁਰਗਵਾਸ ਹੋ ਗਿਆ ਸੀ। ਸੁਰਗਵਾਸ ਕਹਿੰਦੇ ਨੇ, ਇਹ ਨਹੀਂ ਕਹਿੰਦੇ ਕਿ ਤੁਸੀਂ ਸ਼ਹੀਦ ਕਰ ਦਿੱਤੇ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦਿੱਲੀ ਦੇ ਵਿੱਚ। ਸੋ ਕਹਿੰਦੇ ਛੋਟੀ ਉਮਰ ਦੇ ਵਿੱਚ 9 ਸਾਲ ਦੀ ਉਮਰ ਵਿੱਚ ਇਹ ਗੁਰਤਾ ਗੱਦੀ ਤੇ ਬੈਠ ਗਏ। ਥੋੜੀ ਜਿਹੀ ਕਿਸ਼ੋਰ ਅਵਸਥਾ, ਚੜ੍ਹਦੀ ਜਵਾਨੀ ਵਾਲਾ ਸਮਾਂ ਆਇਆ ਤਾਂ ਇਹਨਾਂ ਨੇ ਫੌਜਾਂ ਭਰਤੀ ਕਰਨੀਆਂ ਸ਼ੁਰੂ ਕਰ ਦਿੱਤੀਆਂ, ਸ਼ਸਤਰ ਹਥਿਆਰ ਰੱਖਣੇ, ਜੰਗ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਤੇ ਫਿਰ ਇਹਨਾਂ ਨੇ ਕਹਿੰਦੇ ਪਹਾੜੀ ਦੇ ਉੱਤੇ ਇੱਕ ਕਹਿੰਦੇ ਬਹੁਤ ਤਕੜਾ ਯੱਗ ਹਵਨ ਕੀਤਾ। ਉਸ ਤੋਂ ਬਾਅਦ ਕਹਿੰਦੇ ਸਾਡੇ ਮੁਤਾਬਕ ਤਾਂ ਉਹਨਾਂ ਨੇ ਉੱਥੇ ਦੇਵੀ ਦੀ ਪੂਜਾ ਕੀਤੀ, ਦੇਵੀ ਨੂੰ ਪ੍ਰਗਟ ਕੀਤਾ। ਸੋ ਆਪਣੀ ਮੱਤ ਅਨੁਸਾਰ ਇਹ ਦੱਸ ਰਹੇ ਆ। ਹਾਲਾਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਸੇ ਦੇਵੀ ਦੇ ਭਗਤ ਨਹੀਂ ਹਨ, ਕਿਸੇ ਦੁਰਗਾ ਦੇ, ਕਿਸੇ ਚੰਡੀ ਦੇ, ਕਿਸੇ ਭਗਉਤੀ ਦੇ ਭਗਤ ਨਹੀਂ। ਸਤਿਗੁਰ ਨੇ ਭਗਉਤੀ, ਚੰਡੀ, ਦੁਰਗਾ ਜੋ ਵੀ ਸ਼ਬਦ ਵਰਤੇ ਹਨ ਇਹ ਅਕਾਲ ਪੁਰਖ ਵਾਹਿਗੁਰੂ ਦੀ ਆਦਿ ਸ਼ਕਤੀ ਦੇ ਨਾਮ ਤੇ ਵਰਤੇ ਹਨ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਲਾ ਦੀ ਸ਼ਕਤੀ ਹੈ, ਸੋ ਉਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ, ਜਿਸ ਨੂੰ ਆਪਾਂ ਸ੍ਰੀ ਭਗਉਤੀ ਜੀ ਸਹਾਇ ਕਹਿੰਦੇ ਹਾਂ। ਸੋ ਕਈ ਬੜਾ ਭੁਲੇਖਾ ਖਾ ਜਾਂਦੇ ਆ ਵੀ ਜਿੱਥੇ ਇਸ ਤਰ੍ਹਾਂ ਦੀ ਗੱਲ ਆ ਜੇ ਵੀ ਸਾਨੂੰ ਜੀ ਹਿੰਦੂ ਤਾਂ ਪਹਿਲਾਂ ਹੀ ਕਹੀ ਜਾਂਦੇ ਆ ਤੁਸੀਂ ਸਾਡਾ ਅੰਗੋ ਸਾਡੇ ਵਿੱਚੋਂ ਨਿਕਲਿਓ, ਵੀ ਤੁਹਾਡੇ ਗੁਰੂ ਨੇ ਵੀ ਪੂਜਨ ਕੀਤਾ। ਉਹਨਾਂ ਨੂੰ ਸਹੀ ਅਰਥ ਸਮਝਾਉਣ ਦੀ ਬਜਾਏ ਤੇ ਆਪਣੇ ਧਰਮ ਗ੍ਰੰਥਾਂ ਤੇ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਆ, ਆਪਣੇ ਇਤਿਹਾਸ ਦੇ ਗ੍ਰੰਥ। ਨਹੀਂ ਜੀ ਇਹਨਾਂ ਨੂੰ ਪਾੜ ਦਿਓ ਜੀ, ਇਹ ਤਾਂ ਗੰਦ ਦਾ ਪੋਥਾ ਜੀ, ਇੱਦਾਂ ਨਹੀਂ ਹੋਣਾ ਚਾਹੀਦਾ, ਗਲਤ ਲਿਖਿਆ ਜੀ, ਸਿਧਾਂਤ ਦੇ ਮੁਤਾਬਕ ਨਹੀਂ। ਭਲਿਓ ਲੋਕੋ, ਜੋ ਅਸਲ ਗੱਲ ਹੈ ਲੋਕਾਂ ਨੂੰ ਸਮਝਾਓਗੇ ਤਾਂ ਉਹਨਾਂ ਨੇ ਸਮਝ ਜਾਣਾ। ਤੇ ਜੇ ਲੋਕਾਂ ਦੀਆਂ ਗੱਲਾਂ ਤੋਂ ਲੁੱਕ ਕੇ ਆਪਣੇ ਧਰਮ ਗ੍ਰੰਥਾਂ ਦੇ ਉੱਤੇ, ਆਪਣੇ ਇਤਿਹਾਸਕ ਗ੍ਰੰਥਾਂ ਦੇ ਉੱਤੇ ਕਿੰਤੂ ਪ੍ਰੰਤੂ ਕਰੋਗੇ ਤੇ ਫਿਰ ਤਾਂ ਤੁਸੀਂ ਆਪ ਪਾਪਾਂ ਦੇ ਭਾਗੀ ਬਣ ਰਹੇ ਹੋ। ਕਿਸੇ ਦਾ ਸ਼ੰਕਾ ਨਿਵਰਤ ਨਹੀਂ ਕਰ ਸਕਦੇ। ਆਪ ਤੁਹਾਡੇ ਮਨਾਂ ਦੇ ਵਿੱਚ ਪਾਲਾ ਹੈ ਤੇ ਫਿਰ ਕਿਵੇਂ ਗੱਲ ਚੱਲੇਗੀ। ਪਾਪਾਂ ਦੇ ਭਾਗੀ ਤਾਂ ਆਪ ਬਣ ਰਹੇ ਹੋ ਜਿਹੜੇ ਆਪਣੇ ਧਰਮ, ਆਪਣੇ ਇਤਿਹਾਸ ਗ੍ਰੰਥਾਂ ਦੀ ਸੋ ਵਿਰੋਧਤਾ ਕਰ ਰਹੇ ਹੋ ਦੂਜਿਆਂ ਦੇ ਕਹਿਣ ਤੇ। ਦੂਜੇ ਥੋੜਾ ਜਿਹਾ ਕਹਿ ਦਿੰਦੇ ਨੇ ਤੇ ਬਸ ਇਹਨਾਂ ਦੇ ਮਨ ਵਿੱਚ ਪਾਲਾ ਨਾਲ ਦੀ ਨਾਲ, ਇਹ ਤਾਂ ਜੀ RSS ਨੇ ਲਿਖਾਤਾ ਜੀ, ਇਹ ਤਾਂ ਬਾਹਮਣਵਾਦ ਆ ਗਿਆ। ਅਰਥ ਸਹੀ ਆਪ ਨੂੰ ਨਹੀਂ ਕਰਨੇ ਆਉਂਦੇ ਹੁੰਦੇ ਤੇ ਵਿਦਵਾਨਾਂ ਦੀਆਂ ਲਿਖਤਾਂ ਨੂੰ ਕਹਿਣਗੇ ਬ੍ਰਾਹਮਣਵਾਦ ਆ ਗਿਆ। ਸੋ ਜਿਹੜੀ ਦੁਰਗਾ ਜਾਂ ਆਦਿ ਸ਼ਕਤੀ, ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਜੀ ਦੀ ਕਲਾ ਨੂੰ ਕਿਹਾ, ਕਿਉਂਕਿ ਵਾਹਿਗੁਰੂ ਪਰਮੇਸ਼ਰ
ਵਾਹਿਗੁਰੂ ਪਰਮੇਸ਼ਰ ਦਾ ਕਿਹੜਾ ਸਰੂਪ ਹੈ? ਕੀ ਕਹਾਂਗੇ ਵਾਹਿਗੁਰੂ ਪਰਮੇਸ਼ਰ ਪੁਰਖ ਹੈ? ਕੀ ਕਹਾਂਗੇ ਉਹ ਇਸਤਰੀ ਦੇ ਚਿੰਨ੍ਹ ਉਹਦੇ? ਕੀ ਕਹਾਂਗੇ ਖੁਸਰਿਆਂ ਵਾਲੇ ਚਿੰਨ੍ਹ? ਸਤਿਗੁਰ ਦੀ ਬਾਣੀ ਦਾ ਫੈਸਲਾ ਹੈ, ਨਾਰ ਨਾ ਪੁਰਖ ਨਾ ਪੰਖਣੂ, ਸਾਚੋ ਚਤੁਰ ਸਰੂਪ। ਕੀ ਪਤਾ ਉਹ ਵਾਹਿਗੁਰੂ ਕਿਹੜੇ ਰੰਗਾਂ ਦੇ ਵਿੱਚ ਔਰ ਕਿਸ ਪ੍ਰਕਾਰ ਦੇ ਭੇਖ ਦੇ ਵਿੱਚ ਵਿਚਰਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਾਂ ਉਹ ਵਾਹਿਗੁਰੂ ਨੂੰ ਮਾਤਾ ਦੇ ਰੂਪ ਵਿੱਚ ਵੀ ਵਰਣਨ ਕੀਤਾ ਤੇ ਪਿਤਾ ਦੇ ਰੂਪ, ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉਹ ਵਾਹਿਗੁਰੂ ਪਰਮੇਸ਼ਰ। ਤੇ ਜਦੋਂ ਸਾਡੇ ਸਿੱਖ ਪੜ੍ਹਦੇ ਆ ਜਿਹੜੇ ਬੜੇ ਸ਼ੰਕਾਵਾਦੀ ਹੁੰਦੇ ਆ, ਪੜ੍ਹੀ ਜਾਣਗੇ ਚੌਪਈ ਸਾਹਿਬ ਦੀ ਬਾਣੀ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਓ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਓ ਵਜਾਈ। ਇੱਥੋਂ ਤੱਕ ਤਾਂ ਪੜ੍ਹ ਲੈਂਦੇ ਆ। ਜਦੋਂ ਪੰਕਤੀ ਆਉਂਦੀ ਨਾ, ਕਿਰਪਾ ਕਰੀ ਹਮ ਪਰ ਜਗ ਮਾਤਾ, ਕਹਿੰਦੇ ਓਹੋ ਆ ਤਾਂ ਮਾਤਾ ਦੀ ਪੂਜਾ ਕੀਤੀ ਪਈ ਆ, ਛੱਡ ਦਿਓ ਇਹਨਾਂ ਪੰਕਤੀਆਂ। ਉਹ ਚੌਪਈ ਸਾਹਿਬ ਹੀ ਨਹੀਂ ਪੂਰੀ ਪੜ੍ਹਦੇ। ਪੁਰਾਤਨ ਸਮਿਆਂ ਦੇ ਵਿੱਚ ਔਰ ਮਰਿਆਦਾ ਜੋ ਸੰਪਰਦਾਵਾਂ ਵਿੱਚ ਸੰਪੂਰਨ ਜੋ ਭਾਈ ਮਨੀ ਸਿੰਘ ਜੀ ਵਾਲੀ ਪੋਥੀ ਵਿੱਚ ਦੋਹਰਿਆਂ ਦੇ ਸਮੇਤ ਚੌਪਈ ਸਾਹਿਬ ਉਹ ਪੜ੍ਹੀ ਜਾਂਦੀ ਸੀ। ਤੇ ਹੁਣ ਅੱਜ ਕੱਲ ਤਾਂ ਸ਼ਾਰਟਕੱਟ ਬੜਾ ਚੱਲ ਪਿਆ, ਕਈ ਘੱਟ ਸਮਾਂ ਲਾਉਣ ਕਰਕੇ ਛੋਟੀ ਪੜ੍ਹਦੇ ਆ ਤੇ ਕਈ ਇਹ ਸ਼ੰਕਾਵਾਦੀ ਹੋ ਕੇ ਨਹੀਂ ਪੜ੍ਹਦੇ। ਜੀ ਇਹ 'ਚ ਤਾਂ ਕਿਰਪਾ ਕਰੀ ਹਮ ਪਰ ਜਗ ਮਾਤਾ ਲਿਖਿਆ ਹੋਇਆ। ਜਗਤ ਦੀ ਮਾਤਾ, ਜਗਤ ਦਾ ਪਿਤਾ ਕੌਣ ਹੈ? ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਔਰ ਜੇ ਦੁਰਗਾ ਦੀ ਗੱਲ ਕਰੀਏ ਤਾਂ ਦੁਰਗਾ ਕੋਟ ਜਾ ਕੇ ਮਰਦਨ ਕਰੈ, ਕਰੋੜਾਂ ਦੁਰਗਾ ਕਰੋੜਾਂ ਦੇਵਤੀਆਂ ਜਿਸ ਵਾਹਿਗੁਰੂ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਲੋਸਦੀਆਂ ਆ ਕੇ ਮੁੱਠੀ ਚਾਪੀ ਕਰਦੀਆਂ, ਉਹਦੀ ਪੂਜਾ ਕਰਨਗੇ, ਉਹਦੀ ਆਰਾਧਨਾ ਕਰਨਗੇ। ਨਹੀਂ ਭਾਈ, ਆਦਿ ਸ਼ਕਤੀ ਪਰਮੇਸ਼ਰ ਦੀ ਸ਼ਕਤੀ ਦਾ ਨਾਮ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਮਾਤਾ ਕਿਹਾ। ਔਰ ਜਗਤ ਦੀ ਮਾਂ, ਸਾਰੇ ਸੰਸਾਰ ਦਾ ਮਾਤਾ, ਸਾਰੇ ਸੰਸਾਰ ਦਾ ਪਿਤਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦਾ ਆਰਾਧਨ ਕੀਤਾ। ਤੇ ਫਿਰ ਅੱਗੇ ਇਹੀ ਜਿਹੜੇ ਰਾਜੇ ਆ ਪਹਾੜੀ ਦੱਸ ਰਹੇ ਆ ਔਰੰਗਜ਼ੇਬ ਨੂੰ, ਕਹਿੰਦੇ ਜੀ ਇੱਦਾਂ ਉਹਨਾਂ ਨੇ ਆਰਾਧਨ ਕਰਕੇ ਖਾਲਸਾ ਪੰਥ ਪ੍ਰਗਟ ਕੀਤਾ, ਜਿਹੜਾ ਹਿੰਦੂ ਅਤੇ ਤੁਰਕ ਦੋਹਾਂ ਤੋਂ ਜਿਨ੍ਹਾਂ ਦੀ ਮਰਿਆਦਾ ਵੱਖਰੀ ਹੈ, ਨਿਆਰਾ ਹੈ। ਹੁਣ ਇੱਕ ਪਾਸੇ ਤਾਂ ਪਹਿਲਾਂ ਕਿਹਾ ਵੀ ਉਹਨਾਂ ਨੇ ਦੇਵੀ ਦਾ ਪੂਜਨ ਕੀਤਾ, ਦੂਜੀ ਪੰਕਤੀ ਵਿੱਚ ਕਹਿ ਰਹੇ ਆ ਪਹਾੜੀ ਰਾਜੇ ਕਿ ਉਹਨਾਂ ਨੇ ਹਿੰਦੂਆਂ ਅਤੇ ਤੁਰਕਾਂ ਦੇ ਨਾਲੋਂ ਨਿਆਰਾ ਪੰਥ ਸਾਜਿਆ। ਜੇ ਨਿਆਰਾ ਤਾਂ ਫਿਰ ਦੇਵੀ ਦੀ ਪੂਜਾ ਉਹਨਾਂ ਨੇ ਕਾਹਦੀ ਕੀਤੀ ਭਾਈ? ਫਿਰ ਤਾਂ ਬ੍ਰਾਹਮਣਾਂ ਵਾਲਾ ਕੰਮ ਹਿੰਦੂਆਂ ਵਾਲੇ ਹੋ ਗਿਆ। ਫਿਰ ਤਾਂ ਕਹਿ ਸਕਦਾ ਸੀ ਵੀ ਹਿੰਦੂਆਂ ਦੇ ਅਨੁਸਾਰ ਹੀ ਹੋ ਕੇ ਉਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਵੀ ਉਹ ਗੁਰੂ ਸਾਹਿਬ ਨੇ ਇੱਕ ਵੱਖਰਾ ਪੰਥ ਖਾਲਸਾ ਪੰਥ ਪੈਦਾ ਕੀਤਾ, ਉਹਨਾਂ ਨੂੰ ਅੰਮ੍ਰਿਤ ਛਕਾਇਆ, ਸ਼ਸਤਰਧਾਰੀ ਬਣਾਇਆ। ਨਿੱਤਾ ਪ੍ਰਤੀ ਹਜ਼ਾਰਾਂ ਸਿੰਘ ਸ਼ਸਤਰਧਾਰੀ ਹੋ ਰਹੇ ਆ, ਅੰਮ੍ਰਿਤਧਾਰੀ ਹੋ ਰਹੇ ਆ, ਫੌਜ ਗੁਰੂ ਤਿਆਰ ਕਰ ਰਿਹਾ ਹੈ। ਇਸ ਕਰਕੇ ਬਾਦਸ਼ਾਹ ਔਰੰਗਜ਼ੇਬ, ਜਿੱਥੇ ਸਾਨੂੰ ਖਤਰਾ ਹੈ, ਸਾਡਾ ਤਾਂ ਚਲੋ ਕੋਈ ਗੱਲ ਨਹੀਂ, ਛੋਟੇ ਛੋਟੇ ਰਾਜ ਹੈ, ਕੱਲ ਨੂੰ ਗੁਰੂ ਤੇਰੇ ਰਾਜ ਭਾਗ ਵਾਸਤੇ ਵੀ ਖਤਰਾ ਬਣ ਸਕਦਾ। ਜਿਸ ਹਿਸਾਬ ਦੇ ਨਾਲ ਉਹ ਫੌਜ ਤਿਆਰ ਕਰ ਰਹੇ ਆ, ਬਗਾਵਤ ਕਰ ਰਹੇ ਆ, ਡਰਦਾ ਨਹੀਂ ਗੁਰੂ ਕਿਸੇ ਤੋਂ। ਤੇ ਇਸ ਹਿਸਾਬ ਨਾਲ ਤਾਂ ਲੱਗਦਾ ਵੀ ਜਲਦੀ ਉਹ ਦਿੱਲੀ ਤਖਤ ਦੇ ਉੱਤੇ ਆ ਕੇ ਕਬਜ਼ਾ ਕਰ ਲਵੇਗਾ। ਸੋ ਪਹਿਲਾਂ ਵੀ ਕਹਿੰਦੇ ਜਦੋਂ ਸ਼ੁਰੂਆਤ ਦੇ ਵਿੱਚ ਸਾਡਾ ਗੁਰੂ ਸਾਹਿਬ ਦੇ ਨਾਲ, ਉਹਨਾਂ ਦੇ ਸਿੰਘਾਂ ਦੇ ਨਾਲ ਮਾੜਾ ਮੋਟਾ ਝਗੜਾ ਉੱਥੇ ਸ਼ਿਕਾਰ ਦੇ ਉੱਤੇ ਚੜ੍ਹਿਆਂ ਦਾ ਹੁੰਦਾ ਰਿਹਾ, ਤਾਂ ਅਸੀਂ ਸਾਰਿਆਂ ਨੇ ਰਲ ਕੇ ਗੁਰੂ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ। ਉਸ ਵੇਲੇ ਗੁਰੂ ਉਸ ਹਮਲੇ ਦੇ ਵਿੱਚੋਂ ਸਾਨੂੰ ਉਹਨਾਂ ਨੇ ਭਾਰੀ ਹਾਰ ਵੀ ਦਿੱਤੀ ਤੇ ਆਪ ਗੁਰੂ ਇੱਕ ਵਾਰੀ ਉੱਥੋਂ ਛੱਡ ਕੇ ਤੇ ਇਹ ਪੌਂਟਾ ਸਾਹਿਬ ਚਲੇ ਗਏ ਸਨ। ਪੌਂਟਾ ਸਾਹਿਬ ਜਾ ਕੇ ਵੀ ਉਹ ਟਿਕੇ ਨਹੀਂ, ਉੱਥੇ ਵੀ ਉਹਨਾਂ ਨੇ ਧੁੰਮ ਮਚਾਈ, ਡੰਡ ਰੌਲਾ ਪਾਇਆ, ਉੱਥੇ ਵੀ ਭੰਗਾਣੀ ਦੀ ਜੰਗ ਕੀਤੀ, ਰਾਮ ਰਾਏ ਦੇ ਮਸੰਦਾਂ ਨੂੰ ਸਾੜ ਆਏ। ਸੋ ਇਸ ਪ੍ਰਕਾਰ ਗੁਰੂ ਦੀ ਸ਼ਕਤੀ ਨਿੱਤਾ ਪ੍ਰਤੀ ਵੱਧਦੀ ਜਾ ਰਹੀ ਹੈ। ਬਹੁਤ ਸਾਰੀਆਂ ਗੱਲਾਂ ਇੱਦਾਂ ਆਪਣੇ ਕੋਲੋਂ ਹੀ ਲਾ ਬੁਝਾ ਕੇ ਕਾਫੀ ਔਰੰਗਜ਼ੇਬ ਬਾਦਸ਼ਾਹ ਦੇ ਕੰਨ ਭਰ ਰਿਹਾ, ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਈ। ਜਿਹੜਾ ਦੁਸ਼ਮਣ ਆ ਨਾ, ਉਹ ਹਮੇਸ਼ਾ ਅਣਹੋਈ ਗੱਲ ਕਰਦਾ, ਕਦੇ ਇਹ ਸੱਚੀ ਗੱਲ ਨਹੀਂ ਦੱਸਦਾ ਹੁੰਦਾ ਵੀ ਆਹ ਸਗੋਂ ਵਧਾ ਚੜਾ ਕੇ, ਤਾਂ ਕਿ ਜਿਹੜਾ ਦੂਜਾ ਬੰਦਾ ਹੈ ਉਹ ਵੀ ਵਿਰੋਧ ਦੇ ਵਿੱਚ ਹੋ ਜਾਵੇ ਉਸਦੇ ਦੁਸ਼ਮਣ। ਸੋ ਗੁਰੂ ਸਾਹਿਬ ਨੂੰ ਦੁਸ਼ਮਣ ਮੰਨਦਾ, ਔਰੰਗਜ਼ੇਬ ਨੂੰ ਕਹਿ ਰਿਹਾ ਤੂੰ ਸਾਡਾ ਮਾਲਕ ਹੈ, ਖਾ ਬੰਦਾ ਹੈ, ਅਸੀਂ ਤਾਂ ਤੇਰੇ ਆਸਰੇ। ਦੇਖੋ ਕਿੰਨੇ ਮਾੜੇ ਭਾਗ ਹੈ ਤੇ ਪੂਰੇ ਗੁਰੂ ਨੂੰ ਛੱਡ ਕੇ ਤੇ ਬੰਦਿਆਂ ਦਾ ਬੰਦਾ ਬਣਦੇ ਫਿਰਦੇ ਆ। ਉੱਥੇ ਜਾ ਕੇ ਦੁਨਿਆਵੀ ਪਾਤਸ਼ਾਹ ਦੇ ਕੋਲੇ, ਕੂੜੇ ਪਾਤਸ਼ਾਹ ਦੁਨਿਆਵੇ ਜਿਹੜੇ ਹੈਗੇ ਆ, ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਸ਼ਰਨ ਤੱਕ ਰਹੇ ਆ। ਸੋ ਆਪਾਂ ਇੱਥੋਂ ਤੱਕ ਕੱਲ ਇਹ ਪ੍ਰਸੰਗ ਪੜ੍ਹ ਲਿਆ ਸੀ
ਤੇ ਨਾਲ ਇਹ ਰਾਜੇ ਦੱਸ ਰਹੇ ਹੈ ਕਿ ਗੁਰੂ ਤਾਂ ਇਹ ਕਹਿ ਰਿਹਾ ਹੈ ਵੀ ਹੇ ਸਿੱਖੋ ਤੁਸੀਂ ਤਕੜੇ ਹੋ, ਹਥਿਆਰ ਚੱਕੋ। ਆ ਪਹਾੜੀ ਰਾਜੇ ਤਾਂ ਕੀ, ਦਿੱਲੀ ਦਾ ਬਾਦਸ਼ਾਹ ਵੀ ਤੁਹਾਡਾ ਹਾਲਾ ਭਰਿਆ ਕਰੇਗਾ, ਉਹ ਵੀ ਟੈਕਸ ਦਿਆ ਕਰੇਗਾ ਤੁਹਾਨੂੰ, ਤੁਹਾਡਾ ਰਾਜ ਭਾਗ ਇੰਨਾ ਵਧਾ ਦੇਣਾ ਹੈ। ਸੋ ਇੱਥੋਂ ਤੱਕ ਆਪਾਂ ਇਹ ਕੱਲ ਪ੍ਰਸੰਗ ਸੁਣ ਲਿਆ ਸੀ। ਅੱਗੇ ਜਿਵੇਂ ਇਤਿਹਾਸ ਦਾ ਪ੍ਰਸੰਗ ਆ ਰਿਹਾ ਹੈ, ਬੜੇ ਪਿਆਰ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਪਾਤਸ਼ਾਹ ਆਦਿ ਮਹਿ ਪਾਲਾ। ਹਾਂ, ਗੁਰੂ ਆਪਣੇ ਸਿੱਖਾਂ ਨੂੰ ਕਹਿੰਦਾ ਹੈ ਵੀ ਜਿਹੜਾ ਦਿੱਲੀ ਦਾ ਪਾਤਸ਼ਾਹ ਔਰੰਗਜ਼ੇਬ ਹੈ ਅਤੇ ਜਿਹੜੇ ਪਹਾੜੀ ਰਾਜੇ ਇਤਿਆਦਿਕ ਸਾਰੇ ਹਨ, ਹਾਂ ਇਹ ਤਾਂ ਸਾਰੇ ਤੁਹਾਡੇ ਗੁਰੂ ਕੇ ਖਾਲਸਾ ਜੀ ਅਨੁਸਾਰੀ ਹੋ ਜਾਣਗੇ, ਸਾਰੇ ਤੁਹਾਡਾ ਹਾਲਾ ਭਰਨਗੇ। ਹਾਂ, ਗੁਰੂ ਇਹ ਵੀ ਕਹਿੰਦਾ ਹੈ ਕਿ ਮਲੇਸ਼ੀਆ ਦੀ ਸਭਾ ਨੂੰ ਆਪਾਂ ਛੇਤੀ ਬਹੁਤ ਜਲਦੀ ਉਠਾ ਦੇਵਾਂਗੇ, ਇੱਥੋਂ ਤੁਰਕਾਂ ਨੂੰ ਖਤਮ ਕਰ ਦੇਵਾਂਗੇ। ਸੋ ਇਸ ਪ੍ਰਕਾਰ ਇਹਨਾਂ ਜਿਹੜੇ ਤੁਰਕਾਂ ਨੂੰ ਆਪਾਂ ਲੁੱਟ ਕੁੱਟ ਕੇ ਆਪਾਂ ਖਤਮ ਕਰ ਦੇਵਾਂਗੇ। ਸੋ ਪਿਤਾ ਮਾਤ ਅਸਤੁਜ ਅਸਕਾਲੀ, ਕਹਿੰਦੇ ਜਿਸ ਗੁਰੂ ਨੇ ਅੰਮ੍ਰਿਤ ਛਕਾ ਕੇ ਆਪਣੇ ਸਿੱਖਾਂ ਨੂੰ ਕਿਹਾ ਵੀ ਤੁਹਾਡਾ ਜਿਹੜਾ ਪਿਤਾ ਅਕਾਲ ਪੁਰਖ ਵਾਹਿਗੁਰੂ ਹੈ, ਤੁਹਾਡੀ ਮਾਤਾ ਜੋ ਅਸਕਾਲੀ ਉਹ ਵਾਹਿਗੁਰੂ ਦੀ ਸ਼ਕਤੀ ਤਲਵਾਰ ਹੈ। ਸੋ ਇਸੇ ਪ੍ਰਕਾਰ ਪਿਤਾ ਤੁਹਾਡਾ ਗੁਰੂ ਗੋਬਿੰਦ ਸਿੰਘ ਹੈ, ਮਾਤਾ ਤੁਹਾਡੀ ਸਾਹਿਬ ਕੌਰ ਹੈ। ਇਸ ਪ੍ਰਕਾਰ ਗੁਰੂ ਆਪਣੇ ਸਿੱਖਾਂ ਨੂੰ ਕਹਿੰਦਾ ਹੈ ਔਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਮੈਂ ਪੰਥ ਸਾਜਿਆ ਹੈ ਔਰ ਇਸ ਪੰਥ ਦੀ ਰਖਵਾਲੀ ਕਰਨ ਵਾਲਾ ਆਪ ਅਕਾਲ ਪੁਰਖ ਹੈ। ਹਾਂ, ਤੁਰਕਾਂ ਦੇ ਨਾਲ ਆਪਾਂ ਲੜਾਈ ਲੜਨੀ ਹੈ, ਰਣ ਦੇ ਵਿੱਚ ਜੂਝਣਾ ਹੈ, ਇਹ ਉਪਦੇਸ਼ ਕਰਦਾ ਹੈ ਗੁਰੂ। ਹਾਂ, ਵਿਸ਼ੇਸ਼ ਕਰਕੇ ਨਿੱਤਾ ਪ੍ਰਤੀ ਦਿਨ ਰਾਤ ਗੁਰੂ ਉਹਨਾਂ ਨੂੰ ਇਹ ਉਤਸ਼ਾਹ ਦਿੰਦਾ ਹੈ। ਹਾਂ, ਕਹਿੰਦੇ ਪਹਿਲਾਂ ਹੀ ਬਹੁਤ ਸਾਰੇ ਸਿੰਘ ਸੱਜ ਚੁੱਕੇ ਹਨ, ਪਹਿਲਾਂ ਸੈਂਕੜੇ ਸਿੰਘ ਸਜੇ ਤੇ ਹੁਣ ਕਹਿੰਦੇ ਹਜ਼ਾਰਾਂ ਹੋ ਗਏ ਹਨ। ਸੋ ਉਹ ਸਾਰੇ ਚੜ੍ਹਾਈ ਕਰਕੇ ਸ਼ਸਤਰ ਧਾਰਨ ਕਰਕੇ ਹਮੇਸ਼ਾ ਤਿਆਰ ਬਰ ਤਿਆਰ ਘੋੜਿਆਂ ਤੇ ਸਵਾਰ ਹੋ ਕੇ ਰਹਿੰਦੇ ਹਨ। ਤਾਂ ਨਿੱਤਾ ਪ੍ਰਤੀ ਪਹਾੜੀ ਦੇਸ਼ਾਂ ਦੇ ਵਿੱਚ ਵੜ ਕੇ ਲੁੱਟ ਖਸੁੱਟ ਮਚਾਉਂਦੇ ਹਨ। ਪਾਤਸ਼ਾਹ ਅਸੀਂ ਤਾਂ ਪਹਿਲਾਂ ਤਾਂ ਬਸ ਇਹ ਸਮਝ ਕੇ क्षमा ਕਰਦੇ ਰਹੇ, ਇਹਨਾਂ ਨੂੰ ਮਾਫ ਕਰਦੇ ਰਹੇ ਵੀ ਚਲੋ ਕੋਈ ਗੱਲ ਨਹੀਂ, ਵੀ ਇਹਨਾਂ ਨੇ ਸਾਡਾ ਕੀ ਵਿਗਾੜ ਲੈਣਾ ਹੈ। ਪਰ ਜਦੋਂ ਅਸੀਂ ਇਹ ਹਿਰਦੇ ਵਿੱਚ ਸੋਚ ਲਿਆ, ਇਹ ਜਾਣ ਲਿਆ ਵੀ ਇਹ ਤਾਂ ਕਿਸੇ ਤਰੀਕੇ ਵੀ ਹਟਦੇ ਨਹੀਂ ਹਨ, ਫਿਰ ਮਹਾਰਾਜ ਅਸੀਂ ਦਿੱਲੀ ਦੇ ਵਿੱਚ ਆ ਕੇ ਤੁਹਾਡੇ ਇੱਥੇ ਫਰਿਆਦੀ ਹੋਏ ਹਾਂ। ਹਾਂ, ਤੁਹਾਡੇ ਕੋਲ ਫਰਿਆਦੀ ਹੋਏ ਸੀ, ਤੁਹਾਡੇ ਕੋਲ ਅਸੀਂ ਆਪਣੇ ਬੰਦੇ ਭੇਜੇ ਸੀ ਤੇ ਤੁਸੀਂ ਬਹੁਤ ਸਾਰੀ ਫੌਜ ਜਿਹੜੀ ਸੀ ਉਹ ਭੇਜੀ ਸੀ। ਜਦੋਂ ਤੁਹਾਡੇ ਦੋ ਉਮਰਾਓ ਦੋ ਸੂਬੇ ਸੈਨਾ ਲੈ ਕੇ ਚੜ੍ਹ ਕੇ ਗਏ ਸਨ, 10,000 ਫੌਜ ਨਾਲ ਲੈ ਕੇ ਗਏ ਸਨ ਦਿੱਲੀ ਤੋਂ। ਹਾਂ, ਤੁਸੀਂ ਇੰਨੀ ਫੌਜ ਭੇਜ ਕੇ ਸਾਡੇ ਵਾਸਤੇ ਚੰਗਾ ਉਪਰਾਲਾ ਕੀਤਾ। ਉਸ ਵੇਲੇ ਬਹੁਤ ਭਿਅੰਕਰ ਯੁੱਧ ਮੱਚਿਆ ਸੀ ਅਨੰਦਪੁਰ ਸਾਹਿਬ ਵਿੱਚ। ਤੁਹਾਡਾ ਬਹੁਤ ਮਹਾਨ ਯੋਧਾ ਪੈਂਡੇ ਖਾਨ, ਉਹਦਾ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਸਾਹਮਣਾ ਹੋਇਆ ਸੀ। ਇਹ ਪੈਂਡ ਖਾਨ ਨੇ 2 ਤੀਰ ਜੋੜ ਕੇ ਗੁਰੂ ਵੱਲ ਛੱਡੇ ਸਨ, ਪਰ ਮਾੜੀ ਕਿਸਮਤ ਕਿ ਉਸ ਖਾਨ ਦੇ ਪੈਂਡੇ ਖਾਨ ਦੇ ਦੋਵੇਂ ਤੀਰ ਵਿਅਰਥ ਚਲੇ ਗਏ, ਗੁਰੂ ਨੂੰ ਲੱਗਿਆ ਨਾ ਕੋਈ ਵੀ। ਉਧਰ ਗੁਰੂ ਸਾਹਿਬ ਨੇ ਇੱਕੋ ਹੀ ਤੀਰ ਆਪਣੇ ਪੱਥੇ ਵਿੱਚੋਂ ਕੱਢ ਕੇ ਕਮਾਨ ਵਿੱਚ ਚਾੜ ਕੇ ਮਾਰਿਆ ਸੀ ਤੇ ਨਾਲ ਦੀ ਨਾਲ ਹੀ ਇਹਨੂੰ ਘੋੜੇ ਤੋਂ ਉਲੱਦ ਕੇ ਸਿੱਟ ਦਿੱਤਾ ਸੀ ਪੈਂਡੇ ਖਾਨ ਨੂੰ। ਔਰ ਗੁਰੂ ਸਾਹਿਬ ਨੇ ਆਪਣੀ ਸੈਫ ਦੇ ਨਾਲ, ਇੱਕ ਕਿਰਪਾਨ ਹੁੰਦੀ ਹੈ, ਇੱਕ ਸੈਫ ਹੁੰਦੀ ਹੈ। ਸੈਫ ਕਹਿੰਦੇ ਆ ਜਿਹੜੀ ਕਿਰਪਾਨ ਬਿਲਕੁਲ ਸਿੱਧੀ ਹੁੰਦੀ ਹੈ, ਉਹਨੂੰ ਸੈਫ ਕਿਹਾ ਜਾਂਦਾ ਹੈ। ਸੋ ਕਹਿੰਦੇ ਆਪਣੀ ਸਿੱਧੀ ਕਿਰਪਾਨ ਦੇ ਨਾਲ, ਸੈਫ ਦੇ ਨਾਲ ਗੁਰੂ ਸਾਹਿਬ ਨੇ ਉਹਦਾ ਸਿਰ ਉਤਾਰ ਦਿੱਤਾ ਸੀ। ਦੀਨ ਬੇਗ ਵੀ ਬੜਾ ਘਾਇਲ ਹੋ ਗਿਆ ਸੀ, ਬੜਾ ਦੁੱਖ ਪਾਇਆ, ਉਹ ਵੀ ਖਤਮ ਹੋ ਗਿਆ।
ਖਿਦਰਾਬਾਦ ਪਿੰਡ ਤੱਕ ਇਹ ਪਿੱਛੇ ਆਏ ਸਨ ਸਿੰਘ। ਹਾਂ, ਮਾਰਦਿਆਂ ਪਠਾਣਾਂ ਨੂੰ ਇਹਨਾਂ ਨੇ ਭਜਾ ਦਿੱਤਾ ਸੀ, ਬਹੁਤ ਭਾਰੀ ਮਾਰ ਮਾਰ ਕੇ। ਕਹਿੰਦੇ ਬਾਦਸ਼ਾਹ ਹੁਣ ਤੁਸੀਂ ਸੋਚੋ ਵੀ ਜੇ ਦਿੱਲੀ ਪਤ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਉਹਨਾਂ ਨੇ ਭਜਾ ਦਿੱਤੀ, ਸਿੰਘਾਂ ਦਾ ਦਲ ਉਹਨਾਂ ਦੇ ਪਿੱਛੇ ਤੱਕ ਆਇਆ ਪਿੱਛਾ ਕਰਦਾ, ਤੇ ਕਹਿੰਦੇ ਅਸੀਂ ਤਾਂ ਛੋਟੇ ਛੋਟੇ ਰਾਜੇ ਆ, ਸਾਡੀ ਵਿਚਾਰਿਆਂ ਰਾਜਿਆਂ ਦੀ ਗਿਣਤੀ ਕਿੱਥੇ ਹੈ। ਹਾਂ, ਸਾਡੀ ਕਦ ਕਿੱਥੇ ਗਿਣਤੀ ਆ, ਅਸੀਂ ਕਿਵੇਂ ਗੁਰੂ ਦੇ ਸਾਹਮਣੇ ਲੜ ਕੇ ਖੜ ਸਕਦੇ ਹਾਂ। ਬਾਅਦ ਵਿੱਚ ਕਹਿੰਦੇ ਫੇਰ ਗੁਰੂ ਨੇ ਉੱਥੇ ਬੜਾ ਡੰਡ ਰੌਲਾ ਪਾ ਦਿੱਤਾ। ਲੁੱਟਦੇ ਆ, ਕੁੱਟਦੇ ਆ ਤੇ ਬਹੁਤੀ ਮਾਰ ਮਚਾਉਂਦੇ ਹਨ। ਅਸੀਂ ਫੇਰ ਸਾਰੇ ਜਿਹੜੇ ਸੈਲਪਤੀ ਐ, ਸੈਲ ਨਾਮ ਪੱਥਰ ਦਾ, ਪਹਾੜ ਦਾ, ਪਹਾੜਾਂ ਦੇ ਪਤੀ ਭਾਵ ਪਹਾੜੀ ਰਾਜੇ, ਕਹਿੰਦੇ ਸਾਰੇ ਪਹਾੜੀ ਰਾਜਿਆਂ ਨੂੰ ਇਕੱਠੇ ਕੀਤਾ। ਕਹਿੰਦਾ ਮੈਂ ਉਸ ਵੇਲੇ ਆਖਿਆ ਸੀ ਵੀ ਸੁਣੋ ਪਹਾੜੀ ਰਾਜਿਓ, ਤੁਸੀਂ ਤਾਂ ਮੱਤ ਦੇ ਬੜੇ ਭੋਲੇ ਭਾਲੇ ਹੋ। ਸਿੰਘਾਂ ਦਾ ਦਲ ਨਿੱਤਾ ਪ੍ਰਤੀ ਵੱਧਦਾ ਜਾਂਦਾ ਹੈ, ਫੌਜ ਵੱਧਦੀ ਜਾਂਦੀ ਹੈ। ਜਿਨ੍ਹਾਂ ਨੇ ਬਹੁਤ ਤਕੜਾ ਵੱਡਾ ਇਰਾਦਾ ਧਾਰਨ ਕੀਤਾ ਹੋਇਆ ਵੀ ਸਾਰੇ ਹਿੰਦੁਸਤਾਨ ਤੇ ਰਾਜ ਕਰਨਾ ਹੈ, ਉਹਨਾਂ ਦੇ ਇਰਾਦੇ ਨੇਕ ਨਹੀਂ ਹਨ, ਉਹਨਾਂ ਨੇ ਵੱਡੇ ਇਰਾਦੇ ਧਾਰਨ ਕੀਤੇ ਹਨ। ਉਹਨਾਂ ਦੇ ਔਰ ਹਿਰਦੇ ਦੇ ਵਿੱਚ ਰਾਜ ਭਾਗ ਲੈਣ ਦੀ ਇੱਛਾ ਹੈ। ਤੇ ਕਹਿੰਦਾ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਹੱਥ ਤੇ ਹੱਥ ਧਰ ਕੇ ਕਿਉਂ ਬੈਠੇ ਹੋ, ਗੁਰੂ ਦਾ ਪਿੱਛਾ ਕਿਉਂ ਨਹੀਂ ਕਰਦੇ, ਗੁਰੂ ਦੇ ਪਿੱਛੇ ਕਿਉਂ ਨਹੀਂ ਪੈਂਦੇ। ਇਸ ਪ੍ਰਕਾਰ ਮੈਂ ਉਹਨਾਂ ਨੂੰ ਬੁਲਾ ਕੇ ਸਮਝਾਇਆ। ਫਿਰ ਸਾਰੇ ਪਹਾੜੀ ਰਾਜਿਆਂ ਦੇ 22 ਧਾਰ ਦੇ ਜਿੰਨੇ ਰਾਜੇ ਸਨ, ਸਾਰਿਆਂ ਦੀ ਫੌਜ ਇਕੱਠੀ ਹੋਈ, ਭਾਰੀ ਦਲ ਬਣ ਗਿਆ। 22 ਧਾਰ ਦੀਆਂ ਜਿੰਨੀਆਂ ਠੁਕਰਾਈਆਂ ਰਾਜਧਾਨੀਆਂ ਸਨ, ਸਾਰੀਆਂ ਰਾਜਧਾਨੀਆਂ ਦੇ ਵਿੱਚੋਂ ਵੱਡੀ ਫੌਜ ਇਕੱਠੀ ਕਰ ਲਈ। ਆਨੰਦਪੁਰ ਸਾਹਿਬ ਆ ਕੇ ਅਸੀਂ ਫਿਰ ਇੱਕ ਵੱਡਾ ਜੰਗ ਕੀਤਾ, ਤੇ ਇਸ ਜੰਗ ਵਿੱਚ ਬਾਦਸ਼ਾਹ ਸਾਡਾ ਜਿਹੜਾ ਬਹਾਦਰ ਯੋਧਾ ਕੇਸਰੀ ਚੰਦ ਮਾਰਿਆ ਗਿਆ। ਤੇ ਜ਼ਖਮੀ ਕਿੰਨੇ ਹੋਏ ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ। ਹਜ਼ਾਰਾਂ ਹੀ ਜਿਹੜੇ ਮੈਦਾਨੇ ਜੰਗ ਦੇ ਵਿੱਚ ਸਾਡੇ ਸੂਰਮੇ ਮਰ ਗਏ ਲੜਦੇ। ਇਹ ਬਹੁਤ ਵੱਡੀ ਮੁਹਿੰਮ ਜਿਹੜੀ ਪਹਾੜੀ ਰਾਜਿਆਂ ਦੀ ਸੀ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਹਾਰੇ ਨਹੀਂ। ਅਸੀਂ ਕਈ ਦਿਨ ਤੱਕ ਲੜਦੇ ਰਹੇ ਤੇ ਬਹੁਤ ਧਨ ਵੀ ਖਰਚ ਕੀਤਾ। ਫਿਰ ਕਹਿੰਦੇ ਜਦੋਂ ਸਾਡਾ ਕੋਈ ਵੱਸ ਨਾ ਚੱਲਿਆ, ਸਾਰੇ ਤਰੀਕਿਆਂ ਦੇ ਨਾਲ ਅਸੀਂ ਹਾਰ ਗਏ। ਤੇ ਉਸ ਵੇਲੇ ਅਸੀਂ ਫਿਰ ਇੱਕ ਚਾਲ ਚੱਲੀ ਵੀ ਗੁਰੂ ਸਾਹਿਬ ਨੂੰ ਧੇਨ ਨਾਮ ਹੈ ਗਊ ਦਾ, ਗਊ ਦੀ ਅਸੀਂ ਆਣ ਦਿੱਤੀ, ਗਊ ਦੀ ਸਹੁੰ ਦੇ ਦਿੱਤੀ। ਸਾਡੀ ਸਹੁੰ ਦੇ ਉੱਤੇ ਇਤਬਾਰ ਕਰਕੇ ਗੁਰੂ ਸਾਹਿਬ ਰਣਜੀਤ ਨਗਾਰਾ ਵਜਾਉਂਦੇ ਹੋਏ ਬਾਹਰ ਨਿਕਲ ਗਏ। ਉਸ ਵੇਲੇ ਜਿਹੜੀ ਵੱਡੀ ਜੰਗ ਸੀ, ਸੋ ਅਸੀਂ ਉਸ ਵੇਲੇ ਛੇੜ ਦਿੱਤੀ। ਅਸੀਂ ਚਾਰੇ ਦਿਸ਼ਾਵਾਂ ਤੋਂ ਗੁਰੂ ਸਾਹਿਬ ਨੂੰ ਘੇਰ ਲਿਆ, ਜਾਲ ਪਾ ਲਿਆ। ਜਦੋਂ ਤੁਹਾਡਾ ਲਿਖਿਆ ਹੋਇਆ ਸਾਡੇ ਕੋਲੇ ਪੱਤਰ ਪਹੁੰਚਿਆ, ਉਸ ਵੇਲੇ ਤੁਹਾਡੀ ਚਿੱਠੀ ਪੜ੍ਹ ਕੇ ਸਰਹੰਦ ਦਾ ਸੂਬਾ ਵੀ ਸਾਡੀ ਮਦਦ ਵਾਸਤੇ ਚੜ੍ਹ ਕੇ ਆਇਆ। ਉਸ ਦੀ ਵੀ ਬਹੁਤ ਭਾਰੀ ਫੌਜ ਸਾਡੇ ਨਾਲ ਆ ਕੇ ਮਿਲ ਗਈ। ਪਰ ਗੁਰੂ ਸਾਡੇ ਸਾਰਿਆਂ ਦੇ ਨਾਲ ਇੰਨੀ ਵੱਡੀ ਫੌਜ ਦੇ ਨਾਲ ਹੱਥਾਂ ਵਿੱਚ ਤੀਰ ਕਮਾਨ ਫੜ ਕੇ ਲੜਿਆ। ਸਾਡੇ ਨਾਲ ਲੜਦਾ ਵੀ ਗਿਆ ਗੁਰੂ, ਤੇ ਹੌਲੀ ਹੌਲੀ ਸਤਦਰਵ ਜਿਹੜਾ ਸਤਲੁਜ ਦਰਿਆ ਇਹ ਤੋਂ ਪਾਰਲੇ ਪਾਸੇ ਦੁਆਬੇ ਵਾਲੇ ਪਾਸੇ ਚਲਿਆ ਗਿਆ। ਹਾਂ, ਪਾਰਲੇ ਪਾਸੇ ਜਾ ਕੇ ਗੁਰੂ ਉਧਰ ਟਿਕ ਗਿਆ। ਕਈ ਦਿਨ ਉੱਥੇ ਗੁਰੂ ਸਾਹਿਬ ਰਹੇ। ਤੇ
ਇਧਰ ਜੰਗ ਖਤਮ ਹੋਈ ਜਾਣ ਕੇ ਸਾਰੇ ਦਲ ਸੀ ਆਪੋ ਆਪਣੇ ਟਿਕਾਣਿਆਂ ਤੇ ਚਲੇ ਗਏ। ਅਸੀਂ ਪਹਾੜੀ ਰਾਜੇ ਆਪਣੇ ਰਾਜਧਾਨੀਆਂ ਵਿੱਚ ਚਲੇ ਗਏ। ਸਰਹੰਦ ਦਾ ਸੂਬਾ ਜਿਹੜਾ ਆਪਣੀ ਸੈਨਾ ਫੌਜ ਦੇ ਸਮੇਤ ਵਾਪਸ ਸਰਹੰਦ ਨੂੰ ਆਪੋ ਆਪਣੇ ਘਰੀ ਸਭ ਚਲੇ ਗਏ। ਤੇ ਫੇਰ ਕਹਿੰਦੇ ਅਚਾਨਕ ਹੀ ਇੱਕ ਦਿਨ ਸਾਡੇ ਉੱਤੇ ਚੜ੍ਹਾਈ ਕਰ ਦਿੱਤੀ। ਸਾਡਾ ਜਿਹੜਾ ਕਹਿੰਦੇ ਉੱਥੇ ਇੱਕ ਕਲਮੋਟ ਨਾਂ ਦਾ ਨਗਰ ਆ ਨਾ, ਬਹੁਤ ਵੱਡਾ ਨਗਰ, ਉਸ ਨਗਰ ਨੂੰ ਲੁੱਟਿਆ ਕੁੱਟਿਆ ਤੇ ਸਾਰੇ ਨਗਰ ਨੂੰ ਉਜਾੜ ਦਿੱਤਾ ਗੁਰੂ ਕੇ ਸਿੰਘਾਂ ਨੇ। ਹੁਣ ਦੇਖੋ ਝੂਠੀਆਂ ਗੱਲਾਂ ਕਿਵੇਂ ਦੱਸਦਾ ਹੈ। ਇਹ ਅਸਲ ਵਿੱਚ ਕਲਮੋਟ ਨਗਰ ਸੀ ਜਿਹੜਾ, ਗੁਰਮੁਖ ਪਿਆਰਿਓ, ਇਹਦੇ ਵਿੱਚ ਰੰਗੜ ਵਸਦੇ ਸਨ। ਜਿਹੜੀ ਸੰਗਤ ਸਤਿਗੁਰੂ ਸਾਹਿਬ ਜੀ ਵਾਸਤੇ ਭੇਟਾ ਲੈ ਕੇ ਆਉਂਦੀ, ਜਦੋਂ ਇਸ ਰਸਤੇ ਸੰਗਤ ਨੇ ਲੰਘਣਾ ਤਾਂ ਇਹਨਾਂ ਨੇ ਸਭ ਕੁਝ ਲੁੱਟ ਲੈਣਾ, ਸੰਗਤ ਨੂੰ ਮਾਰ ਵੀ ਦੇਣਾ, ਸਿੱਖਾਂ ਨੂੰ ਲੁੱਟ ਵੀ ਲੈਣਾ। ਜਦੋਂ ਸਿੱਖਾਂ ਦੇ ਕੋਲੇ ਆਹ ਗੱਲ ਪਹੁੰਚੀ ਵੀ ਰਸਤੇ ਵਿੱਚ ਇਦਾਂ ਘੇਰ ਲੈਂਦੇ ਆ, ਤਾਂ ਫਿਰ ਸਿੰਘਾਂ ਦਾ ਦਲ ਚੜਿਆ। ਉਹਨਾਂ ਨੇ ਜਾ ਕੇ ਚੰਗਾ ਚਾਟਾ ਛਕਾਇਆ ਇਹਨਾਂ ਨੂੰ, ਚੰਗੇ ਦਵਾਲੇ ਉੱਥੇ ਚੰਗੇ ਕੁੱਟੇ ਤੇ ਸਾਰਾ ਨਗਰ ਉਜਾੜ ਦਿੱਤਾ। ਕਾਰਨ ਤਾਂ ਇਹ ਸੀ, ਪਰ ਇਹ ਕਹਿ ਰਹੇ ਵੀ ਗੁਰੂ ਸਾਹਿਬ ਦੇ ਸਿੰਘ ਬਿਨਾਂ ਕਾਰਨ ਤੋਂ ਹੀ ਆ ਗਏ ਚੜ ਕੇ, ਤੇ ਸਾਡਾ ਜਿਹੜਾ ਇਹ ਕਲਮੋਟ ਨਗਰ ਸੀ ਇਹ ਸਾਰਾ ਲੁੱਟ-ਪੁੱਟ ਕੇ ਉਜਾੜ ਦਿੱਤਾ। ਕਿੰਨੇ ਹੀ ਮਨੁੱਖ ਉਸ ਨਗਰ ਵਿੱਚ ਮਾਰ ਦਿੱਤੇ। ਫੇਰ ਕਹਿੰਦੇ ਆ ਕੇ ਗੁਰੂ ਦੁਆਰਾ ਆਨੰਦਪੁਰ ਸਾਹਿਬ ਵਿੱਚ ਵਸ ਗਿਆ। ਹਾਂਜੀ ਹਾਂ, ਆ ਕੇ ਕਹਿੰਦੇ ਫਿਰ ਉਹਨਾਂ ਨੇ ਉਦਮ ਮਚਾਤਾ, ਬੜਾ ਡੰਡ ਰੌਲਾ ਫੇਰ ਮਚਾ ਦਿੱਤਾ। ਫਿਰ ਕਹਿੰਦਾ ਬਾਦਸ਼ਾਹ ਹੋਰ ਸੁਣ, ਤੁਹਾਡੇ ਦੋ ਮਰਾਓ, ਦੋ ਸੂਬੇ ਜਿਹੜੇ ਰਸਤੇ ਵਿੱਚ ਆਉਂਦੇ ਸਨ, ਕਹਿੰਦੇ ਉਹਨਾਂ ਨਾਲ ਵੀ ਐਵੇਂ ਗੁਰੂ ਲੜ ਪਿਆ ਬਿਨਾਂ ਕਾਰਨ ਤੋਂ। ਗੁਰੂ ਦੇ ਸਿੰਘਾਂ ਨੇ ਹਮਲਾ ਕਰ ਦਿੱਤਾ, ਐਵੇਂ ਉਹਨਾਂ ਦੇ ਨਾਲ ਵੈਰ ਵਧਾ ਲਿਆ। ਇੱਕ ਤਾਂ ਕਹਿੰਦੇ ਉਹਨਾਂ ਵਿੱਚੋਂ ਭੱਜ ਗਿਆ ਸੀ ਜਿਹੜਾ ਅਲਫ ਖਾਨ ਸੀ, ਤੇ ਦੂਜਾ ਜਿਹੜਾ ਕਹਿੰਦਾ ਉਹ ਗੁਰੂ ਦੇ ਨਾਲ ਹੀ ਮਿਲ ਗਿਆ। ਹਾਂ, ਦੂਜਾ ਜਿਹੜਾ ਸੈਦ ਬੇਗ ਸੀ ਉਹ ਤਾਂ ਗੁਰੂ ਦੇ ਚਰਨਾਂ ਵਿੱਚ ਉੱਥੇ ਆਨੰਦਪੁਰ ਸਾਹਿਬ ਹੀ ਰਹਿ ਪਿਆ। ਉਸ ਤੋਂ ਬਾਅਦ ਬਾਦਸ਼ਾਹ ਹੋਰ ਸੁਣ ਵੀ 1.25 ਲੱਖ ਫੌਜ ਲੈ ਕੇ, 1.25 ਲੱਖ ਫੌਜ ਲੈ ਕੇ ਸੈਦ ਖਾਨ ਗਿਆ ਸੀ। ਤੇ ਕਈ ਦਿਨ ਪਹਿਲਾਂ ਹੁਣ ਵੀ ਕਹਿੰਦੇ ਬਹੁਤ ਭਾਰੀ ਜੰਗ ਉੱਥੇ ਮੱਚਿਆ। ਉਸ ਵੇਲੇ ਕਹਿੰਦੇ ਅਸੀਂ ਸਾਰੇ ਜਿੰਨੇ ਪਹਾੜੀ ਰਾਜੇ ਆ ਨਾ, ਅਸੀਂ ਵੀ ਨਾਲ ਮਿਲ ਗਏ ਸੀ ਤੇ ਗੁਰੂ ਦੇ ਵਿਰੁੱਧ ਬਹੁਤ ਭਾਰੀ ਸੰਗਰਾਮ ਯੁੱਧ ਮਚਾਇਆ ਸੀ। ਗੁਰੂ ਸਾਹਿਬ ਆਪ ਵੀ ਉਸ ਜੰਗ ਦੇ ਵਿੱਚ ਆ ਕੇ ਵਿਰਾਜੇ। ਜਦੋਂ ਸੈਦ ਖਾਨ ਦਾ ਸਾਹਮਣਾ ਗੁਰੂ ਦੇ ਨਾਲ ਹੋਇਆ, ਸਤਿਗੁਰੂ ਸਾਹਿਬ ਜੀ ਨੂੰ ਸਾਹਮਣੇ ਦੇਖ ਕੇ ਕਹਿੰਦਾ ਸੈਦ ਖਾਨ ਸੀ ਜਿਹੜਾ ਉਹ ਤਾਂ ਵਿਕਲਾ ਗਿਆ, ਘਬਰਾ ਗਿਆ, ਡਰ ਗਿਆ। ਇਹ ਨਹੀਂ ਕਿਹਾ ਵੀ ਉਹ ਸ਼ਰਧਾ ਭਾਵਨਾ ਰੱਖੀ ਉਹਨੇ। ਇਹਨਾਂ ਨੂੰ ਹੁਣ ਜਿਹੜੇ ਜਾ ਕੇ ਉੱਥੇ ਬਾਦਸ਼ਾਹ ਦੀ ਖੁਸ਼ਾਮਦ, ਤੁਰਕਾਂ ਦੀ ਖੁਸ਼ਾਮਦ ਕਰਨ ਵਾਲਿਆਂ ਨੂੰ ਕੀ ਪਤਾ ਪ੍ਰੇਮ ਦੀਆਂ ਖੇਡਾਂ ਦਾ। ਉਹ ਤਾਂ ਭਾਈ ਕਿਸੇ ਪਿਛਲੇ ਪੂਰਵਲੇ ਜਨਮ ਦੇ ਕਿਸੇ ਮਾੜੇ ਦੋਸ਼ ਦੇ ਕਰਕੇ ਉਹ ਸਿੱਖ ਸੀ ਤੇ ਤੁਰਕਾਂ ਦੇ ਘਰੇ ਜਨਮ ਲਿਆ ਸੀ ਤੇ ਦੁਬਾਰਾ ਗੁਰੂ ਸ਼ਰਨ ਵਿੱਚ ਆ ਗਿਆ। ਜਿਵੇਂ ਕੋਇਲਾਂ ਹੁੰਦੀਆਂ ਨਾ ਗੁਰਮੁਖੋ, ਆਪਾਂ ਨੂੰ ਸਾਰਿਆਂ ਨੂੰ ਇਹ ਗੱਲ ਪਤਾ ਹੈ ਵੀ ਉਹ ਆਪਣੇ ਆਂਡੇ ਕਾਵਾਂ ਦੇ ਆਲਣਿਆਂ ਵਿੱਚ ਰੱਖ ਕੇ ਆ ਜਾਂਦੇ। ਜਦੋਂ ਉਹ ਮੌਸਮ ਦੇ ਹਿਸਾਬ ਦੇ ਨਾਲ ਵਾਪਸ ਜਾਂਦੀਆਂ, ਉਦੋਂ ਨੂੰ ਅੰਡਿਆਂ ਦੇ ਵਿੱਚੋਂ ਬੱਚੇ ਨਿਕਲ ਆਉਂਦੇ ਆ। ਤੇ ਜਦੋਂ ਉਹ ਆਪਣੀਆਂ ਮਾਵਾਂ ਦੀ ਆਵਾਜ਼ ਸੁਣਦੇ ਆ, ਕੋਇਲਾਂ ਦੀ ਆਵਾਜ਼ ਸੁਣਦੇ ਆ, ਤੇ ਫਿਰ ਉੱਡ ਕੇ ਉਹਨਾਂ ਦੇ ਨਾਲ ਹੀ ਰਲ ਜਾਂਦੇ। ਇਸੇ ਤਰ੍ਹਾਂ ਸੈਦ ਖਾਨ ਜਾਂ ਕੋਈ ਵੀ ਗੁਰੂ ਕਾ ਸਿੱਖ ਕਿਸੇ ਅਵਗਿਆ ਕਰਕੇ ਗੁਰੂ ਤੋਂ ਵਿਛੜ ਜਾਵੇ ਨਾ, ਜਦੋਂ ਗੁਰੂ ਕੀ ਬਾਣੀ ਦੀ ਆਵਾਜ਼, ਜਿਵੇਂ ਕੋਇਲਾਂ ਦੀ ਆਵਾਜ਼ ਬੱਚਿਆਂ ਦੇ ਕੰਨਾਂ 'ਚ ਪੈਂਦੀ ਹੈ, ਗੁਰੂ ਕੀ ਬਾਣੀ ਦੀ ਆਵਾਜ਼, ਗੁਰੂ ਕੀ ਬਾਣੀ ਦਾ ਉਪਦੇਸ਼, ਕਿਸੇ ਮਹਾਤਮਾ ਦੇ ਵਚਨ ਗੁਰੂ ਨਾਲ ਜੋੜਨ ਵਾਲੇ ਦੇ ਸਿੱਖ ਦੇ ਕੰਨਾਂ ਵਿੱਚ ਪੈਂਦੇ ਆ ਨਾ, ਜਨਮਾਂ ਜਨਮਾਂਤਰਾਂ ਦਾ ਵਿਛੜਿਆ ਹੋਇਆ ਸਿੱਖ ਫਿਰ ਗੁਰੂ ਨਾਲ ਜਾ ਮਿਲਦਾ। ਬੋਲੋ ਸਤਨਾਮ। ਇਉਂ ਵਿਛੜਿਆ ਹੋਇਆਂ ਦਾ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾਬੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਮਿਲਾਪ ਹੋ ਜਾਂਦਾ ਹੈ। ਕਾਕ ਘਰੇ ਕੋਇਲਾਂ ਪਲੈ ਮਾਤ ਬੋਲ ਸੰਗ ਭਾਗ। ਕਾਮਾਂ ਦੇ ਘਰ ਦੇ ਵਿੱਚ ਜਿਹੜੀਆਂ ਕੋਇਲਾਂ ਪਲੀਆਂ ਹੁੰਦੀਆਂ ਨਾ, ਉਹ ਆਪਣੀਆਂ ਮਾਵਾਂ ਦੀ ਆਵਾਜ਼ ਸੁਣ ਕੇ ਭੱਜ ਕੇ ਨਾਲ ਜਾ ਰਹੇ। ਕਾਕ ਘਰੇ ਕੋਇਲਾਂ ਪਲੈ ਮਾਤ ਬੋਲ ਸੰਗ ਭਾਗ। ਗ੍ਰਸਤ ਪਲੈ ਸਾਧੂ ਚਲੇ ਸੰਤ ਬਚਨ ਸੰਗ ਲਾਗ। ਐਵੇਂ ਹੀ ਗ੍ਰਸਤੀ ਹੋਵੇ ਕੋਈ
ਤੇ ਗ੍ਰਸਥ ਦੇ ਵਿੱਚ ਸਾਧੂ ਪਲਦੇ ਤਾਂ ਗ੍ਰਸਥ ਦੇ ਵਿੱਚ ਹੀ ਆ ਨਾ, ਜਨਮ ਤਾਂ ਗ੍ਰਸਥ ਦੇ ਵਿੱਚ ਹੀ ਹੁੰਦਾ ਹੈ, ਪਰ ਜਦੋਂ ਕੋਈ ਪੂਰਨ ਸੰਤ ਦੇ ਬਚਨ ਉਹਨਾਂ ਨੂੰ ਸੁਣਦੇ ਆ ਤੇ ਉਹਨਾਂ ਦੇ ਨਾਲ ਹੀ ਫਕੀਰ ਹੋ ਕੇ ਚਲੇ ਜਾਂਦੇ ਆ। ਇਉਂ ਇਹ ਜਿਹੜਾ ਸੈਦ ਖਾਨ ਸੀ, ਇਹਦੀ ਵੀ ਇਹੀ ਅਵਸਥਾ ਹੋਈ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਪ੍ਰੇਮ ਨੇ ਉਛਾਲਾ ਮਾਰਿਆ, ਸਤਿਗੁਰ ਦੇ ਚਰਨ ਪਰਸ ਕੇ ਬ੍ਰਹਮ ਗਿਆਨੀ ਹੋ ਕੇ ਤੇ ਜੰਗਲਾਂ ਨੂੰ ਚਲੇ ਗਿਆ। ਤੇ ਇੱਧਰ ਹੁਣ ਇਹ ਪਹਾੜੀ ਰਾਜੇ ਦੱਸ ਰਹੇ ਆ, ਕਹਿੰਦੇ ਜੀ ਇੱਕ ਜਿਹੜਾ ਅਲਫ ਖਾਨ ਸੀ ਉਹ ਤਾਂ ਕਹਿੰਦੇ ਵਾਪਸ ਭੱਜ ਗਿਆ ਸੀ, ਤੇ ਦੂਸਰਾ ਜਿਹੜਾ ਸੈਦ ਬੇਗ ਔਰ ਜਿਹੜਾ ਸੈਦ ਖਾਨ 1.25 ਲੱਖ ਲੈ ਕੇ ਚੜਿਆ ਸੀ, ਇਹ ਵੀ ਕਹਿੰਦੇ ਇਹ ਦੋਵੇਂ ਤੁਹਾਡੇ ਸੂਰਮੇ ਗੁਰੂ ਦੇ ਸ਼ਰਧਾਲੂ ਬਣ ਗਏ ਸਨ। ਸੈਦ ਖਾਨ ਤਾਂ ਪਤਾ ਨਹੀਂ ਕਿੱਧਰ ਚਲੇ ਗਿਆ, ਉਹ ਤਾਂ ਸ਼ਾਸਤਰ ਛੱਡ ਕੇ ਗੁਰੂ ਦੇ ਚਰਨਾਂ ਤੇ ਪੈ ਗਿਆ ਸੀ। ਪਤਾ ਨਹੀਂ ਉਹ ਕਿੱਧਰ ਨੂੰ ਨਿਕਲ ਗਿਆ, ਕਿਸੇ ਨੇ ਨਹੀਂ ਦੇਖਿਆ ਉਸ ਨੂੰ। ਤੇ ਕਹਿੰਦੇ ਅਸੀਂ ਤੁਹਾਡੀਆਂ ਫੌਜਾਂ ਨੇ ਤੇ ਅਸੀਂ ਰਲ ਕੇ ਸਾਰਿਆਂ ਨੇ ਅਨੰਦਪੁਰ ਸਾਹਿਬ ਵਿੱਚ ਜੰਗ ਕਰਕੇ ਤੇ ਬਹੁਤ ਲੁੱਟ ਮਚਾਈ। ਤੁਹਾਡਾ ਸੂਰਮਾ ਜਿਹੜਾ ਰਮਜ਼ਾਨ ਖਾਨ ਹੈ ਉਹ ਵੀ ਗੁਰੂ ਦੇ ਤੀਰ ਨਾਲ ਉੱਥੇ ਖਤਮ ਹੋ ਗਿਆ ਸੀ। ਜਦੋਂ ਕਹਿੰਦੇ ਸਾਰਾ ਲਸ਼ਕਰ ਸਾਰੀ ਫੌਜ ਉੱਥੋਂ ਪਿੱਛੇ ਮੁੜੀ, ਪਰ ਬਾਟ ਪਾਰਾ ਵਾਂਗੂ ਧਾੜਿਆਂ ਵਾਂਗੂ ਹਮਲਾ ਕਰ ਦਿੱਤਾ ਸਿੰਘਾਂ ਨੇ ਰਸਤੇ ਵਿੱਚ ਆ ਕੇ। ਤੇ ਉਹਨਾਂ ਨੇ ਆ ਕੇ ਹਜ਼ਾਰਾਂ ਹੀ ਤੁਹਾਡੀ ਫੌਜ ਦੇ ਬੰਦਿਆਂ ਦਾ ਨਾਸ਼ ਕਰ ਦਿੱਤਾ। ਇਉਂ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਹੁਤ ਭਾਰੀ ਬਲ ਵਾਲੇ ਹਨ। ਅਸੀਂ ਤਾਂ ਔਰੰਗਜ਼ੇਬ ਪਾਤਸ਼ਾਹ ਦੁਖੀ ਹੋ ਕੇ ਤੁਹਾਡੇ ਕੋਲ ਫਰਿਆਦੀ ਬਣ ਕੇ ਆਏ ਹਾਂ, ਤੇ ਆਪ ਜੀ ਹੁਣ ਕਿਰਪਾ ਕਰੋ, ਵੱਡਾ ਦਲ ਭੇਜ ਕੇ, ਵੱਡੀ ਫੌਜ ਭੇਜ ਕੇ, ਚਾਹੇ ਗੁਰੂ ਨੂੰ ਮਾਰੋ ਚਾਹੇ ਫੜੋ, ਜਿਵੇਂ ਮਰਜ਼ੀ ਕਰੋ, ਸਾਡਾ ਖਹਿੜਾ ਛਡਾਓ। ਸੋ ਇਉਂ ਇਹਨਾਂ ਨੇ ਜਾ ਕੇ ਫਰਿਆਦ ਕੀਤੀ ਹੈ ਬਾਦਸ਼ਾਹ ਦੇ ਕੋਲ। ਭੀਮ ਚੰਦ ਨੇ ਦੋਵੇਂ ਹੱਥ ਜੋੜ ਕੇ ਪਹਾੜੀ ਰਾਜੇ ਨੇ ਇਹ ਸਾਰਾ ਹਾਲ, ਸਾਰਾ ਵਰਤਾਂਤ ਦੱਸਿਆ ਔਰੰਗਜ਼ੇਬ ਨੂੰ। ਕਹਿਣ ਲੱਗਾ ਤੁਸੀਂ ਹਮੇਸ਼ਾ ਹੀ ਸਾਡੇ ਮਾਲਕ ਹੋ ਤੇ ਤੁਸੀਂ ਆਪ ਸਾਡੀ ਪ੍ਰਤਿਪਾਲ ਕਰੋ, ਆਪ ਸਾਨੂੰ ਰੱਖੋ, ਆਪ ਸਾਡਾ ਪਾਲਣ ਪੋਸ਼ਣ ਕਰਦੇ ਆਏ ਹੋ, ਹੁਣ ਵੀ ਕਰੋ। ਇਹ ਅਸੀਂ ਉਮੀਦ ਲੈ ਕੇ ਤੁਹਾਡੇ ਕੋਲ ਆਏ ਹਾਂ। ਦੇਖੋ ਭਾਈ, ਜਦੋਂ ਮਾੜੇ ਭਾਗ ਜਿਹੜਾ ਲੋਕ ਪਰਲੋਕ ਦਾ ਰਾਖਾ ਗੁਰੂ ਹੈ ਉਹਦੇ ਨਾਲ ਤਾਂ ਵੈਰ ਵਿੱਢਿਆ ਹੋਇਆ ਇਹਨਾਂ ਨੇ, ਤੇ ਜਿਹੜਾ ਕਰ ਕੁਛ ਨਹੀਂ ਸਕਦਾ, ਜਿਹਨੂੰ ਆਪਦੇ ਜਨਮ ਮਰਨ ਦਾ ਖਤਰਾ ਹੈ, ਉਹਨੂੰ ਕਹਿੰਦੇ ਸਾਡਾ ਮਾਲਕ ਤੂੰ ਹੈ, ਤੂੰ ਸਾਡੀ ਪ੍ਰਤਿਪਾਲਨਾ ਕਰਨ ਵਾਲਾ। ਜਿਵੇਂ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਨਾ, ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ, ਦਾਦਰ ਤੂੰ ਕਬਹਿ ਨਾ ਜਾਣਸ ਰੇ, ਭਗਤ ਸਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ। ਸੋ ਇਹ ਸਤਿਗੁਰ ਦੀ ਬਾਣੀ ਵਿੱਚ ਵਚਨ ਆਉਂਦੇ ਐ ਵੀ ਜਿਹੜਾ ਡੱਡੂ ਹੈ ਤੇ ਕਮਲ ਹੈ, ਰਹਿੰਦੇ ਤਾਂ ਦੋਵੇਂ ਪਾਣੀ ਵਿੱਚ ਚਿੱਕੜ ਵਿੱਚ ਹੈ। ਸੋ ਡੱਡੂ ਜਿਹੜਾ ਭੌਰੇ ਆ ਕੇ ਉਹ ਕਮਲ ਦੇ ਫੁੱਲ ਦੇ ਵਿੱਚੋਂ ਖੁਸ਼ਬੂਆਂ ਦੂਰੋਂ ਵੀ ਲੈ ਜਾਂਦੇ ਆ, ਤੇ ਜਿਹੜਾ ਡੱਡੂ ਹੈ ਉੱਥੇ ਜੜਾਂ ਵਿੱਚ ਬੈਠਾ ਹੀ ਕਮਲ ਫੁੱਲ ਦੀਆਂ ਵਿੱਚ, ਤੇ ਉਹ ਜਾਲਾ ਖਾਂਦਾ ਰਹਿੰਦਾ ਹੈ, ਜੀਵਾਂ ਨੂੰ ਖਾਂਦਾ ਰਹਿੰਦਾ, ਜੀਵ ਜੰਤੂਆਂ। ਸੋ ਉਹਦੇ ਮਾੜੇ ਭਾਗ ਆ ਨਾ। ਸੋ ਇਸੇ ਤਰ੍ਹਾਂ ਜੋ ਦੁਧਾਰੂ ਪਸ਼ੂ ਹੁੰਦੇ ਆ, ਗਾਵਾਂ ਮੱਝਾਂ ਹੁੰਦੀਆਂ, ਉਹਨਾਂ ਦੇ ਆਸਥਾਨਾਂ ਦੇ ਵਿੱਚੋਂ ਜਿਹੜਾ ਉਹਨਾਂ ਦਾ ਕੱਟੜਾ ਵੱਛੜਾ ਹੈ, ਕੱਟਾ ਵੱਛਾ ਦੁੱਧ ਪੀ ਲੈਂਦਾ ਤੇ ਉਸੇ ਹੀ ਆਸਥਾਨਾਂ ਦੇ ਵਿੱਚੋਂ, ਉਸੇ ਆਸਥਾਨਾਂ ਦੇ ਉੱਤੇ ਜਿਹੜੇ ਚਿੱਚੜ ਲੱਗੇ ਹੁੰਦੇ ਆ ਉਹ ਉੱਥੋਂ ਖੂਨ ਚੂਸਦੇ ਰਹਿੰਦੇ ਆ। ਸੋ ਮਾੜੇ ਭਾਗਾਂ ਵਾਲੇ ਤਤ ਵਸਤੂ ਦੀ ਪ੍ਰਾਪਤੀ ਨਹੀਂ ਕਰ ਸਕਦੇ ਨਾ। ਰਹਿੰਦੇ ਇਹ ਗੁਰੂ ਦੇ ਨੇੜੇ ਆ, ਪਹਾੜੀ ਰਾਜੇ ਅਨੰਦਪੁਰ ਸਾਹਿਬ ਦੇ ਨੇੜੇ, ਪਰ ਗੁਰੂ ਤੋਂ ਲਾਹਾ ਨਾ ਲੈ ਸਕੇ, ਗੁਰੂ ਦੇ ਆਖੇ ਅੰਮ੍ਰਿਤ ਨਾ ਛਕ ਸਕੇ, ਸਗੋਂ ਆਕੀ ਹੋ ਕੇ ਗੁਰੂ ਦੇ ਵਿਰੋਧੀ ਬਣ ਕੇ ਇਹ ਤੁਰਕਾਂ ਦੀਆਂ ਮਿੰਨਤਾਂ ਤਰਲੇ ਕਰ ਰਹੇ ਹਨ। ਸ੍ਰੀ ਨਾਨਕ ਦਾਦੀ ਪੁਰ ਵੈਸਾ ਕਹਿੰਦੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੱਦੀ ਤੇ ਬੈਠਾ ਹੈ। ਹਾਂ, ਜਿਵੇਂ ਕਹਿੰਦੇ ਸੁਰਾਂ ਦਾ ਪਤੀ, ਦੇਵਤਿਆਂ ਦਾ ਰਾਜਾ ਇੰਦਰ ਹੈ ਨਾ, ਇੰਦਰ ਵਾਂਗੂ ਹੁਕਮ ਚਲਾਉਂਦਾ ਹੈ। ਤੁਸੀਂ ਹੁਣ ਕਿਰਪਾ ਕਰੋ, ਸਾਡੀ ਉਸ ਗੁਰੂ ਤੋਂ ਰੱਖਿਆ ਕਰੋ, ਨਹੀਂ ਤਾਂ ਗੁਰੂ ਸਾਡੇ ਮਨ ਵਿੱਚ ਬੜਾ ਡਰ ਹੈ ਵੀ ਗੁਰੂ ਨੇ ਸਾਡੀਆਂ ਦੂਨਾਂ ਉਜਾੜ ਦੇਣੀਆਂ। ਦੂਨ ਨਾਮ ਹੁੰਦਾ ਹੈ, ਦੋ ਪਹਾੜੀਆਂ ਦੇ ਵਿਚਕਾਰ ਜਿਹੜਾ ਮੈਦਾਨੀ ਇਲਾਕਾ ਹੋਵੇ ਨਾ ਉਹਨੂੰ ਦੂਨ ਕਿਹਾ ਜਾਂਦਾ, ਜਿਵੇਂ ਦੇਹਰਾਦੂਨ, ਉਹਨੂੰ ਦੂਨ ਕਿਹਾ, ਨਹੀਂ ਤਾਂ ਕਹਿੰਦੇ ਸਾਡੀਆਂ ਦੂਨਾਂ ਉਜਾੜ ਦੇਵੇਗਾ ਗੁਰੂ।
ਸਾਡਾ ਜਿਹੜਾ ਰਾਜ ਭਾਗ ਤਾਂ ਐਵੇਂ ਬਿਨਾਂ ਕੰਮੋਂ ਵਿਅਰਥ ਹੀ ਚਲਿਆ ਜਾਵੇਗਾ, ਨਿਸਫਲ ਚਲਿਆ ਜਾਵੇਗਾ। ਕਿਉਂਕਿ ਗੁਰੂ ਨੂੰ ਤਾਂ ਲੁੱਟਣ ਤੇ ਕੁੱਟਣ ਤੋਂ ਬਿਨਾਂ ਦੂਜਾ ਕੋਈ ਕੰਮ ਹੀ ਨਹੀਂ ਆਉਂਦਾ। ਅਸੀਂ ਤਾਂ ਬਹੁਤ ਸਮਾਂ ਹੋ ਗਿਆ ਲੜ ਲੜ ਕੇ ਹਾਰ ਹੰਭ ਗਏ ਹਾਂ। ਬਿਲਕੁਲ ਲਾਚਾਰ ਹੋ ਕੇ, ਬੇਵੱਸ ਹੋ ਕੇ ਬਾਦਸ਼ਾਹ ਤੁਹਾਡੇ ਕੋਲ ਪਹੁੰਚੇ ਹਾਂ। ਹੁਣ ਤੁਸੀਂ ਕਿਰਪਾ ਕਰੋ, ਬਹੁਤ ਭਾਰੀ ਲਸ਼ਕਰ, ਵੱਡੀ ਫੌਜ ਭੇਜੋ। ਹਾਂ, ਤੋਪਾਂ, ਜੰਗੀ ਸਮਾਨ ਸਾਰਾ ਜਿਹੜਾ ਹੈ ਸੋ ਬੰਦੂਕਾਂ, ਲਸ਼ਕਰ ਸਭ ਕੁਝ ਭੇਜੋ। ਤੇ ਬਾਦਸ਼ਾਹ ਥੋੜੇ ਘਣੇ ਫੌਜ ਦੇ ਨਾਲ ਉੱਥੇ ਕੰਮ ਨਹੀਂ ਸਰਨਾ, ਕਿਉਂਕਿ ਗੁਰੂ ਤਾਂ ਕਿਸੇ ਦਾ ਤਰਾਸ ਹੀ ਨਹੀਂ, ਕਿਸੇ ਦਾ ਗੁਰੂ ਨੂੰ ਡਰ ਹੀ ਨਹੀਂ ਹੈ। ਸਗੋਂ ਗੁਰੂ ਤਾਂ ਹਮੇਸ਼ਾ ਇਹ ਜੰਗ ਚਾਹੁੰਦਾ ਹੈ। ਤੇ ਤੁਸੀਂ ਕਿਰਪਾ ਕਰੋ ਵੀ ਵੱਡੀ ਫੌਜ ਭੇਜ ਕੇ ਗੁਰੂ ਨੂੰ ਜਾਂ ਤਾਂ ਪਕੜ ਲਓ, ਗ੍ਰਿਫਤਾਰ ਕਰ ਲਓ, ਜਾਂ ਰਣ ਦੇ ਵਿੱਚ ਖਤਮ ਕਰ ਦੇਵੋ। ਤਾਂ ਫਿਰ ਆਪਣਾ ਸਾਰਿਆਂ ਦਾ ਕੰਮ ਜਿਹੜਾ ਸਵਰੇਗਾ। ਜਦੋਂ ਔਰੰਗਜ਼ੇਬ ਨੇ, ਨੌਰੰਗੇ ਨੇ ਆਹ ਗੱਲਾਂ ਸੁਣੀਆਂ ਨਾ ਗੁਰੂ ਸਾਹਿਬ ਦੀ, ਕਰਦੇ ਤਾਂ ਵਿਰੋਧ ਹੈ, ਪਰ ਗੁਰੂ ਸਾਹਿਬ ਦੀ ਉਸਤਤ ਹੋ ਰਹੀ ਹੈ ਵੀ ਗੁਰੂ ਸਾਹਿਬ ਐਡੇ ਸੂਰਮੇ ਹੈ, ਐਡੇ ਐਡੇ ਉਹਨਾਂ ਕੋਲ ਯੋਧੇ ਹੈ। ਜਦੋਂ ਇਹ ਨੌਰੰਗੇ ਨੇ ਸਾਰੀਆਂ ਗੱਲਾਂ ਸੁਣੀਆਂ ਤਾਂ ਬੜਾ ਹੈਰਾਨ ਹੋਇਆ। ਮਨ ਵਿੱਚ ਸੋਚਦਾ ਹੈ ਵੀ ਜਿਹੜੇ ਗੁਰੂ ਨੇ ਆਹ ਸਭ ਕੁਝ ਕਰਨ ਵਾਸਤੇ, ਰਾਜ ਭਾਗ ਕਾਇਮ ਕਰਨ ਵਾਸਤੇ ਠਾਣ ਲਿਆ, ਪੱਕਾ ਇਰਾਦਾ ਕਰ ਲਿਆ ਹੈ, ਕਹਿੰਦਾ ਥੋੜੀ ਫੌਜ ਦੇ ਨਾਲ ਉਹ ਗੁਰੂ ਕਿਵੇਂ ਬੱਸ ਵਿੱਚ ਆਵੇਗਾ। ਇਹਨਾਂ ਦੇ ਦੱਸਣ ਮੁਤਾਬਕ ਜਿਸ ਗੁਰੂ ਨੂੰ ਮਾਰਨਾ ਮਰਾਉਣਾ ਸਦਾ ਹੀ ਭਾਉਂਦਾ ਹੈ। ਔਰ ਮੇਰਾ ਐਡਾ ਵੱਡਾ ਸੂਰਮਾ ਪੈਂਡੇ ਖਾਨ, ਜਿਸ ਗੁਰੂ ਨੇ ਬਾਣਾਂ ਦੇ ਨਾਲ, ਤੀਰਾਂ ਦੇ ਨਾਲ ਘਾ ਦਿੱਤਾ, ਖਤਮ ਕਰ ਦਿੱਤਾ ਹੈ। ਔਰ ਵਜੀਦ ਖਾਨ ਲੜਨ ਗਿਆ ਤੇ ਉਹ ਵੀ, ਉਸ ਨੂੰ ਵੀ ਉੱਥੋਂ ਭਜਾ ਦਿੱਤਾ ਹੈ। ਹਾਂ, ਵੱਡੇ ਮੇਰੇ ਜਰਨੈਲ ਸੈਦ ਬੇਗ ਅਤੇ ਸੈਦ ਖਾਨ ਤੇ ਉਹਨਾਂ ਦੇ ਮੁਰੀਦ ਬਣ ਗਏ, ਚੇਲੇ ਬਣ ਗਏ, ਉਹਨੂੰ ਆਪਣਾ ਪੀਰ ਮੰਨ ਕੇ। 1.25 ਲੱਖ ਸੈਨਾ ਭੇਜੀ ਸੀ, ਥੋੜੀ ਹੁੰਦੀ ਹੈ ਗਿਣਤੀ 1.25 ਲੱਖ ਦੀ, ਕਹਿੰਦੇ ਪਰ ਉਹ ਵੀ ਭੱਜ ਆਈ ਡਰਦੀ। ਫੌਜ ਤਾਂ ਭੱਜ ਕੇ ਆਈ ਵੀ, ਆਪਣਾ ਸਾਜੋ ਸਮਾਨ, ਹਥਿਆਰ, ਧਨ ਪਦਾਰਥ ਬਹੁਤ ਕੁਝ ਲੁਟਾ ਕੇ ਆਈ। ਹਾਂ, ਕਹਿੰਦਾ ਐਸਾ ਨਾ ਹੋਵੇ ਕਿ ਕਿਤੇ ਗੁਰੂ ਫਤੂਰ ਉਠਾ ਦੇ, ਸਾਰੇ ਰਾਜ ਭਾਗ ਦੇ ਵਿੱਚ ਹੀ ਕਿਤੇ ਬਗਾਵਤ ਖੜੀ ਕਰ ਦੇਵੇ, ਕਿਤੇ ਲੜਦਾ ਲੜਦਾ ਗੁਰੂ ਦਿੱਲੀ ਤੱਕ ਪਹੁੰਚ ਜਾਵੇ, ਤੇ ਕਿਤੇ ਸਾਰੇ ਮੁਲਕ ਦੇ ਵਿੱਚ ਫਿਰ ਜਾਵੇ, ਔਰ ਸਾਰੇ ਮੁਲਕ ਫਿਰ ਜਾਵੇ, ਸਾਰਾ ਮੁਲਕ ਹੀ ਗੁਰੂ ਦੇ ਅਨੁਸਾਰੀ ਹੋ ਜਾਵੇ। ਮੈਂ ਤਾਂ ਆਪਣੇ ਵਕੀਲ ਵੀ ਭੇਜੇ, ਮੰਤਰੀ ਵੀ ਭੇਜੇ ਆ ਗੁਰੂ ਨੂੰ ਚਿੱਠੀ ਦੇ ਕੇ, ਪਰ ਮੈਂ ਬੁਲਾਇਆ, ਗੁਰੂ ਆਇਆ ਨਹੀਂ, ਮੈਥੋਂ ਵੀ ਨਹੀਂ ਡਰਿਆ। ਔਰ ਜਿਸ ਗੁਰੂ ਦੇ ਪੰਥ ਦੇ ਵਿੱਚ ਹਜ਼ਾਰਾਂ ਮਨੁੱਖ ਨਿਤ ਸ਼ਾਮਲ ਹੋ ਰਹੇ ਹਨ, ਤੇ ਜਿਹੜੇ ਸ਼ਸਤਰ ਧਾਰੀ ਹੋ ਰਹੇ ਐ ਮੈਦਾਨੇ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਖਤਮ ਕਰਨ ਵਾਲੇ, ਉਸ ਵੇਲੇ ਬੜਾ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਔਰੰਗਾ, ਕਹਿਣ ਲੱਗਾ ਵੀ ਜਿਹੜੀ ਦਿੱਲੀ ਦੇ ਵਿੱਚ ਸਾਡੀ ਬੜੀ ਭਾਰੀ ਫੌਜ ਹੈ, ਕਹਿੰਦੇ ਉਹ ਵੀ ਸਾਰੀ ਇਹਨਾਂ ਰਾਜਿਆਂ ਦੇ ਨਾਲ ਜਾਵੇਗੀ, ਸਾਰੀ ਰਾਜਿਆਂ ਦੀ ਫੌਜ ਦੇ ਨਾਲ ਮਿਲ ਕੇ ਅਨੰਦਪੁਰ ਸਾਹਿਬ ਦੇ ਉੱਤੇ, ਕਹਿੰਦੇ ਸਾਰੀ ਫੌਜ ਢੋ ਦਿਓ, ਉੱਥੇ ਸਾਰੀ ਫੌਜ ਚੜ੍ਹਾਈ ਕਰਕੇ ਜਾਵੇ ਨਾਲ। ਫਿਰ ਕਹਿੰਦੇ ਜਿਹੜਾ ਸਰਹੰਦ ਦਾ ਸੂਬਾ ਉਹ ਵੀ ਆਪਣੇ ਦਲ ਨੂੰ ਜਾ ਕੇ ਜੋੜ ਲਵੇ, ਉਹ ਵੀ ਚੜ੍ਹਾਈ ਕਰਕੇ ਜਾਵੇ ਗੁਰੂ ਦੇ ਉੱਤੇ। ਉਧਰ ਕਹਿੰਦੇ ਜਿਹੜਾ ਲਾਹਪੁਰ ਹੈ, ਲਾਹੌਰ ਹੈ, ਲਾਹੌਰ ਵਾਲੀ ਸਾਈਡ ਤੋਂ ਲਾਹੌਰ ਦਾ ਸੂਬਾ ਜਿਹੜਾ ਜ਼ਬਰਦਸਤ ਖਾਨ ਹੈ, ਉਹ ਵੀ ਆਪਣੇ ਨਾਲ ਵੱਡੀ ਫੌਜ ਲੈ ਕੇ ਆਵੇ, ਸਾਰੇ ਮਿਲ ਕੇ ਅਨੰਦਪੁਰ ਸਾਹਿਬ ਵੱਲ, ਗੁਰੂ ਵੱਲ ਚੜ੍ਹਾਈ ਕਰੋ। ਅਟਕ ਦਰਿਆ ਤੱਕ ਜਿਹੜੀ ਬਹੁਤ ਵੱਡੀ ਫੌਜ ਹੈ, ਲਾਹੌਰ ਦੇ ਸੂਬੇ ਦੇ ਅਧੀਨ ਹੈ, ਸੋ ਉਹ ਸਾਰੀ ਫੌਜ
ਉਹ ਸਾਰੀ ਫੌਜ ਨੂੰ ਵੀ ਬੁਲਾ ਲਓ। ਜਗ੍ਹਾ ਜਗ੍ਹਾ ਤੇ ਜਿੱਥੇ ਛਾਉਣੀਆਂ ਬਣਾਈਆਂ ਹੋਈਆਂ ਫੌਜ ਬੈਠੀ ਹੈ, ਸਾਰੀ ਫੌਜ ਇਕੱਠੀ ਕਰਕੇ ਕਹਿੰਦਾ ਇੱਕੇ ਵਾਰੀ ਗੁਰੂ ਸਾਹਿਬ ਦੇ ਉੱਤੇ ਹਮਲਾ ਕਰੋ। ਜਦੋਂ ਨਰੰਗੇ ਨੇ ਇਸ ਪ੍ਰਕਾਰ ਦਾ ਹੁਕਮ ਕੀਤਾ ਤਾਂ ਉਸ ਵੇਲੇ ਉਹਦੇ ਲਿਖਾਰੀਆਂ ਨੇ ਚਿੱਠੀਆਂ ਲਿਖੀਆਂ, ਪੱਤਰਕਾਵਾਂ ਲਿਖੀਆਂ, ਉਹਦੇ ਹੁਕਮਨਾਮੇ ਲਿਖਤੇ ਜਿੱਥੇ ਜਿੱਥੇ ਸਾਰੇ ਜਗ੍ਹਾ ਭੇਜੇ। ਜਦੋਂ ਇਹ ਸਭ ਕੁਝ ਤਿਆਰੀ ਦੇਖੀ ਤਾਂ ਭੀਮ ਚੰਦ ਜਿਹੜਾ ਪਹਾੜੀ ਰਾਜਾ ਇਹ ਮਨ ਵਿੱਚ ਬੜਾ ਖੁਸ਼ ਹੋਇਆ, ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਬਾਦਸ਼ਾਹ, ਜਦੋਂ ਕਹਿੰਦਾ ਇਹ ਬਹੁਤ ਭਾਰੀ ਫੌਜ ਅਨੰਦਪੁਰ ਸਾਹਿਬ ਪਹੁੰਚੇਗੀ ਤੇ ਅਸੀਂ ਵੀ ਆਪਣੇ ਦੇਸ਼ਾਂ ਦੇ ਆਪਣੇ ਰਾਜਾਂ ਦੇ ਸਾਰੇ ਮਨੁੱਖਾਂ ਨੂੰ ਨਾਲ ਜੋੜਾਂਗੇ। ਇੱਕੋ ਵਾਰੀ ਅਸੀਂ ਤਕੜਾ ਬਲ ਕਰਕੇ ਗੁਰੂ ਜਿਹੜਾ ਸਾਡਾ ਦੁਸ਼ਮਣ ਹੈ, ਤੁਹਾਡਾ ਵੀ ਦੁਸ਼ਮਣ ਹੈ, ਗੁਰੂ ਦੁਸ਼ਮਣ ਨੂੰ ਅਸੀਂ ਉਸ ਦੇਸ਼ ਵਿੱਚੋਂ ਅਨੰਦਪੁਰ ਵਿੱਚੋਂ ਕੱਢ ਦੇਵਾਂਗੇ। ਬਾਦਸ਼ਾਹ ਤੁਸੀਂ ਬੜੀ ਕਿਰਪਾ ਕੀਤੀ ਆ, ਉਪਰਾਲਾ ਕਰ ਲਿਆ, ਉਦਮ ਕਰ ਲਿਆ ਫੌਜ ਭੇਜਣ ਦਾ। ਜੇਕਰ ਤੁਸੀਂ ਇਹ ਉਪਰਾਲਾ ਨਾ ਕਰਦੇ ਤਾਂ ਫਿਰ ਗੁਰੂ ਨੇ ਹਮੇਸ਼ਾ ਹੀ ਸਾਡੇ ਨਾਲ ਚਿਰਕਾਲ ਤੱਕ ਲੜਦੇ ਰਹਿਣਾ ਸੀ ਔਰ ਨਿੱਤਾ ਪ੍ਰਤੀ ਉਹਨਾਂ ਦੀ ਤਾਕਤ ਵਧੀ ਜਾਂਦੀ ਹੈ, ਉਹਨਾਂ ਦੇ ਜਿਹੜੇ ਸਿੱਖ ਵੱਧ ਰਹੇ ਆ, ਦਲ ਵੱਡਾ ਹੋ ਰਿਹਾ ਹੈ ਤੇ ਸਾਡੇ ਨਾਲ ਤਾਂ ਉਹ ਫੌਜ ਵਧਾ ਕੇ ਗੁਰੂ ਨੇ ਲੜਨਾ ਸੀ। ਬਾਦਸ਼ਾਹ ਜੇ ਤੂੰ ਆਹ ਉਪਰਾਲਾ ਨਾ ਕਰਦਾ ਨਾ ਤਾਂ ਗੁਰੂ ਗੋਬਿੰਦ ਸਿੰਘ ਨੇ ਤੇਰੇ ਨਾਲ ਵੀ ਲੜਨ ਆ ਜਾਣਾ ਸੀ। ਇਸ ਕਰਕੇ ਕਹਿੰਦੇ ਇਸੇ ਕਾਰਨ ਕਰਕੇ ਤੁਸੀਂ ਇਹ ਵਿਚਾਰ ਲਿਆ ਹੈ। ਹਾਂ ਕਹਿੰਦੇ ਹੁਣ ਜਿਹੜਾ ਦੁਸ਼ਮਣ ਸਾਡੇ ਸਾਹਮਣੇ ਛੋਟਾ ਹੋ ਜਾਏਗਾ, ਛੋਟਾ ਪੈ ਜਾਏਗਾ ਐਡੀ ਫੌਜ ਦੇ ਸਾਹਮਣੇ। ਦੁਸ਼ਮਣ ਕਹਿੰਦਾ ਇਹ ਅਲਪਰਿਪ ਗਹ ਹੋ ਕੇ ਮਾਰੋ। ਦੁਸ਼ਮਣ ਭਾਵੇਂ ਕਹਿੰਦਾ ਛੋਟਾ ਵੀ ਹੋਵੇ ਪਰ ਉਹਨੂੰ ਫੜ ਕੇ ਮਾਰ ਦੇਣਾ ਚਾਹੀਦਾ ਹੈ। ਜਦੋਂ ਗੁਰੂ ਸਾਹਿਬ ਜੀ ਦੀ ਉਸਤਤ ਉਹਨੇ ਸੁਣੀ ਨਾ, ਚੁਗੱਤੇ ਨੇ, ਚੁਗੱਤਾ ਇਹਦਾ ਗੋਤ ਸੀ ਰੰਗੇ ਦਾ, ਸੋ ਬੜਾ ਹਿਰਦੇ ਦੇ ਵਿੱਚ ਤਪਿਆ, ਬੜਾ ਦੁਖੀ ਵਿਆਕਲ ਹੋ ਗਿਆ। ਜਿਹੜਾ ਰਾਜ ਅਭਿਮਾਨ ਦੇ ਵਿੱਚ ਬੜਾ ਮਦਮਸਤ ਸੀ, ਜਦੋਂ ਇਹਨੇ ਪੈਂਡੇ ਖਾਨ ਦਾ ਮਰਨਾ ਸੁਣਿਆ, ਹਾਂ ਦੀਨ ਬੇਗ ਦਾ ਘਾਇਲ ਹੋਣਾ, ਜ਼ਖਮੀ ਹੋਣਾ ਸੁਣਿਆ ਤੇ ਸੁਣਿਆ ਕਿ ਗੁਰੂ ਸਾਹਿਬ ਨੇ ਸਾਰੇ ਦੇਸ਼ ਵਿੱਚ ਬੜਾ ਡੰਡ ਰੌਲਾ ਪਾਇਆ ਹੋਇਆ ਹੈ ਤੇ ਉਸ ਵੇਲੇ ਇਹ ਰਾਜੇ ਕਹਿੰਦੇ ਅਸੀਂ ਵੀ ਹਜ਼ਾਰਾਂ ਲੋਕਾਂ ਨੂੰ ਇਕੱਠੇ ਕੀਤਾ। ਉਸ ਵੇਲੇ ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ ਬੜਾ ਖੁੱਪਿਆ, ਬੜਾ ਗੁੱਸੇ ਵਿੱਚ ਆਇਆ ਤੇ ਹੁਕਮ ਕੀਤਾ, ਕਹਿੰਦਾ ਹੁਣ ਤੁਸੀਂ ਸਾਰੇ ਇਕੱਠੇ ਹੋ ਕੇ ਚੜ੍ਹਾਈ ਕਰਕੇ ਜਾਓ, ਵੱਡਾ ਲਸ਼ਕਰ, ਵੱਡੀ ਫੌਜ ਇਕੱਠੀ ਕਰਕੇ ਲੈ ਕੇ ਜਾਓ ਤੇ ਸਾਰੇ ਇੱਕ ਜਗ੍ਹਾ ਇਕੱਤਰ ਹੋ ਕੇ ਤੁਸੀਂ ਗੁਰੂ ਦੇ ਨਾਲ ਲੜਾਈ ਕਰੋ, ਗੁਰੂ ਦੇ ਨਾਲ ਯੁੱਧ ਮਚਾਓ ਜਾ ਕੇ। ਸੋ ਇਸ ਪ੍ਰਕਾਰ ਇਹਨੇ ਸਾਰੀ ਤਿਆਰੀ ਕਰ ਦਿੱਤੀ। ਇੱਥੋਂ ਜਿਵੇਂ ਇਹ ਜਿਹੜਾ ਭੀਮ ਚੰਦ ਹੈ ਇਹ ਦਿੱਲੀ ਜਾਂਦਾ ਹੈ ਅੱਗੇ, ਸੋ ਇਸ ਪ੍ਰਕਾਰ ਇਹ ਸਾਰੀ ਤਿਆਰੀ ਇਹਨਾਂ ਨੇ ਕੀਤੀ। ਸਾਰੇ ਜਿੰਨੇ ਪਹਾੜੀ ਰਾਜੇ ਆ ਤੁਸੀਂ ਆਪਸ ਵਿੱਚ ਮਿਲ ਕਰਕੇ ਤੇ ਬਹੁਤ ਭਾਰਾ ਬਲ ਕਰਕੇ ਤੁਸੀਂ ਉੱਥੇ ਜੰਗ ਮਚਾਓ ਜਾ ਕੇ। ਦਿੱਲੀ ਤੋਂ ਲਿਜਾ ਕੇ ਸਾਰੀ ਬਹੁਤ ਸਾਰੀ ਫੌਜ ਉੱਥੇ ਚੜਾਓ ਅਨੰਦਪੁਰ ਸਾਹਿਬ ਗੁਰੂ ਤੇ। ਜਿਉਂ ਕਿਉਂ ਕਰਕੇ ਜਿਵੇਂ ਕਿਵੇਂ ਵੀ ਹੁੰਦਾ ਹੈ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਮੇਰੇ ਕੋਲ ਲੈ ਕੇ ਆਓ। ਇਸ ਪ੍ਰਕਾਰ ਇਹਨੇ ਵੱਖ-ਵੱਖ ਜਗ੍ਹਾ ਦੇ ਉੱਤੇ ਚਿੱਠੀਆਂ ਲਿਖ ਕੇ ਆਪਣੀ ਫੌਜ ਨੂੰ, ਸੂਬੇਦਾਰਾਂ ਨੂੰ ਭੇਜੀਆਂ। ਉਸ ਵੇਲੇ ਕਾਸਤ ਜਿਹੜੇ ਚਿੱਠੀਆਂ ਲੈ ਕੇ ਜਾਣ ਵਾਲੇ ਸਨ ਨਾ ਦੂਤ, ਉਹ ਬਹੁਤ ਜਲਦੀ ਚਿੱਠੀਆਂ ਲੈ ਕੇ ਚਲੇ ਗਏ। ਭੀਮ ਚੰਦ ਨੂੰ ਆਪਣੇ ਦਰਬਾਰ ਵਿੱਚ ਆਏ ਦਾ ਆਦਰ ਸਤਿਕਾਰ ਕੀਤਾ ਸਰੂਪਾ ਦੇ ਕੇ ਔਰੰਗੇ ਨੇ ਤੇ ਆਪਣੇ ਕੋਲੋਂ ਵਿਦਾ ਕਰ ਦਿੱਤਾ।
ਜੇ ਗੋਲਕੁੰਡੇ ਦੇ ਮੁਕਾਮ ਤੇ ਬੈਠਾ ਸੀ ਨਾ, ਉੱਥੋਂ ਵਿਦਾ ਕਰ ਦਿੱਤਾ। ਉੱਥੋਂ ਚੱਲ ਕੇ ਹੁਣ ਇਹ ਦਿੱਲੀ ਆਵੇਗਾ। ਭੀਮ ਚੰਦ ਤੇ ਇਹਦੇ ਨਾਲ ਬਾਕੀ ਪਹਾੜੀ ਰਾਜੇ ਆ ਕੇ ਸੂਬੇ ਨੂੰ ਹੋਰ ਭੜਕਾਉਣਗੇ ਤੇ ਨਾਲੇ ਖੁਸ਼ੀ-ਖੁਸ਼ੀ ਦੱਸਣਗੇ ਵੀ ਅਸੀਂ ਨਰੰਗੇ ਤੋਂ ਯੈਸ ਕਰਵਾ ਆਏ ਆ, ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ ਹਾਂ ਕਰਵਾਤੀ ਹੈ। ਉਹ ਬਹੁਤ ਭਾਰੀ ਫੌਜ ਭੇਜਣ ਦੇ ਲਈ ਰਾਜੀ ਹੋ ਗਿਆ। ਹੁਣ ਆਪਾਂ ਸਾਰੇ ਤਿਆਰੀ ਕਰੀਏ ਤੇ ਤਕੜੇ ਹੋ ਕੇ ਗੁਰੂ ਸਾਹਿਬ ਦਾ ਮੁਕਾਬਲਾ ਕਰੀਏ, ਇੱਕੇਦਮ ਚੜ੍ਹਾਈ ਕਰੀਏ। ਜਿਵੇਂ ਗੁਰੂ ਸਾਹਿਬ ਦੇ ਉੱਤੇ ਚੜ੍ਹਾਈ ਕਰਕੇ ਜਾਣਗੇ, ਅਗਲਾ ਪ੍ਰਸੰਗ ਜਿਹੜਾ ਆਪਾਂ ਇਹ ਰਹਿੰਦਾ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਗੁਰਫਤਿਹ ਦੀ ਸਾਂਝ ਕਰੀਏ। ਫਿਰ ਅਰਦਾਸ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਵਾਉਣੀ। ਭੀਮ ਚੰਦ ਕੋ ਦੇ ਸਰ ਪਾਉ, ਨਿਜ ਸਮੀਪ ਤੇ ਚੀਨ ਵਿਦਾ